ਕੋਟਕਪੂਰਾ ਗੋਲੀकांड ਦੀ ਚਾਰਜਸ਼ੀਟ ਫਾਈਲ ਹੋਣ ਤੋਂ ਬਾਅਦ ਹਰ ਦਿਨ ਮਾਮਲੇ ਦੇ ਵਿੱਚ ਇੱਕ ਨਵੀਂ ਹੈਡਲਾਈਨ ਸਾਹਮਣੇ ਆ ਰਹੀ ਹੈ। ਕਦੇ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਦੀ ਹੈ ਤੇ ਹੁਣ ਨਵੇਂ ਸਿਰਿਓਂ ਗੱਲ ਉੱਠੀ ਹੈ ਕਿ ਐਸਆਈਟੀ ਦੇ ਚੇਅਰਮੈਨ ਏਡੀਜੀਪੀ ਪ੍ਰਬੋਧ ਕੁਮਾਰ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਐਸਆਈਟੀ ਵੱਲੋਂ ਚਲਾਨ ਪੇਸ਼ ਕੀਤੇ ਜਾਣ ਦੀ ਜ਼ਿੰਮੇਵਾਰੀ ਸਿਰਫ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਹੈ, ਬਾਕੀ ਐਸਆਈਟੀ ਦਾ ਕੋਈ ਰੋਲ ਨਹੀਂ। ਪੰਜਾਬ ਦੇ ਲੋਕ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ ਚਾਹੁੰਦੇ ਨੇ, ਲੇਕਿਨ ਹਰ ਦਿਨ ਨਵਾਂ ਮੋੜ ਆ ਰਿਹਾ ਹੈ। ਇਸ ਤੇ ਅੱਜ ਨਿਊਜ਼ ਰੂਮ ਦੇ ਵਿੱਚ ਚਰਚਾ ਕਰਾਂਗੇ ਕਿ ਆਖਿਰਕਾਰ ਲੋਕਾਂ ਨੂੰ ਜਸਟਿਸ ਮਿਲੂਗਾ ਜਾਂ ਇਹ ਵੀ ਗੋਲਮੋਲ ਹੋ ਕੇ ਨਸ਼ੇ ਦੇ ਮੁੱਦੇ ਵਾਂਗੂ ਰਹਿ ਜਾਊਗਾ। ਸਾਡੇ ਨਾਲ ਮੌਜੂਦ ਨੇ ਏਬੀਪੀ ਨਿਊਜ਼ ਦੇ ਐਗਜ਼ੈਕਟਿਵ ਐਡੀਟਰ ਜਗਵਿੰਦਰ ਪਟਿਆਲ ਤੇ ਨਾਲੇ ਅਸੀਮ ਬੱਸੀ ਸਪੈਸ਼ਲ ਕੋਰਸਪੋਂਡੈਂਟ। ਚਰਚਾ ਕਰਾਂਗੇ ਇਸ ਮੁੱਦੇ ਤੇ ਕਿਉਂਕਿ ਪੰਜਾਬ ਦੇ ਵੱਡੇ ਵਾਅਦੇ ਕੀਤੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ। 2017 ਵਿੱਚ ਸਰਕਾਰ ਬਣਨ ਤੋਂ ਪਹਿਲਾਂ ਨਸ਼ੇ ਦੇ ਵਾਅਦੇ ਕੀਤੇ ਸੀ ਕਿ ਵੱਡੀਆਂ ਮੱਛੀਆਂ ਅੰਦਰ ਦੇਵਾਂਗੇ ਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪ੍ਰਚਾਰ ਕੀਤਾ ਗਿਆ ਸੀ ਕਿ ਬੇਅਦਬੀ ਤੇ ਇਨਸਾਫ ਮਿਲੇਗਾ, ਲੇਕਿਨ ਕੁਝ ਵੀ ਕਲੀਅਰ ਨਜ਼ਰ ਨਹੀਂ ਆ ਰਿਹਾ। ਗੱਲਬਾਤ ਕਰਦੇ ਹਾਂ ਇਹਨਾਂ ਨਾਲ। ਸਰ, ਨਵਾਂ ਮੋੜ ਇੱਕ ਆਇਆ ਪਟਿਆਲ ਸਾਹਿਬ ਕਿ ਏਡੀਜੀਪੀ ਨੇ ਚਿੱਠੀ ਲਿਖਤੀ ਡੀਜੀਪੀ ਨੂੰ ਕਿ ਐਸਆਈਟੀ ਜ਼ਿੰਮੇਵਾਰੀ ਨਹੀਂ ਲੈ ਰਹੀ ਇਸ ਚਲਾਨ ਦੀ, ਸਿਰਫ ਤੇ ਸਿਰਫ ਆਈਜੀ ਕੁੰਵਰ ਵਿਜੇ ਪ੍ਰਤਾਪ ਹੈ। ਸੋ ਇਹ ਜਿਹੜਾ ਕੇਸ ਦਾ ਮੋੜ ਹੈ ਕਿੱਧਰ ਨੂੰ ਜਾ ਰਿਹਾ ਹੁਣ ਇਸ ਸਮੇਂ? ਦੇਖੋ, ਇਹ ਜਿਹੜਾ ਪੂਰਾ ਮਾਮਲਾ ਸੀ ਇਹ ਜਿੰਨਾ ਗੰਭੀਰ ਸੀਗਾ, ਮੈਨੂੰ ਲੱਗਦਾ ਹੈ ਉਸ ਗੰਭੀਰਤਾ ਨੂੰ ਤਾਰ-ਤਾਰ ਕਰਕੇ ਜਿਸ ਤਰ੍ਹਾਂ ਇਸ ਮੁੱਦੇ ਨੂੰ ਪੂਰਾ ਪੋਲੀਟੀਕਲ ਮੁੱਦਾ ਬਣਾਇਆ ਗਿਆ ਔਰ ਹੁਣ ਪੁਲਿਸ ਜਾਂਚ ਜੋ ਛੇਛਲ ਇੱਧਰ ਹੋ ਰਹੀ ਹੈ, ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਲੋਕ ਮੁਲਜ਼ਮ ਹੈ ਉਹਨਾਂ ਨੂੰ ਪੁਲਿਸ ਔਰ ਪੋਲੀਟੀਕਲ ਲੋਕ ਸਿੱਧਾ ਫਾਇਦਾ ਦੇ ਰਹੇ ਨੇ। ਨੰਬਰ 1, ਇਸ ਮੁੱਦੇ ਨੂੰ ਪਹਿਲੀ ਦਿਨ ਤੋਂ ਹੀ ਪੁਲਿਸ ਵਾਲੇ ਅਫਸਰ ਸਟੇਟਮੈਂਟ ਦੇ ਰਹੇ ਹੈ। ਪੋਲੀਟੀਸ਼ੀਅਨ ਸਿੱਧੇ ਮਾਈਕ ਤੇ ਖੜੇ ਹੋ ਕੇ ਕਹਿ ਰਹੇ हैं ਬਖਸ਼ਾਂਗੇ ਨਹੀਂ, ਮੁਲਜ਼ਮਾਂ ਦੇ ਨਾਮ ਸਾਹਮਣੇ ਨਹੀਂ ਆਏ, ਪਹਿਲੇ ਹੀ ਉਹਨਾਂ ਨੇ ਅਨਾਉਂਸਮੈਂਟ ਕਰਨੀ ਸ਼ੁਰੂ ਕਰਤੀ ਕਿ ਇਹਨੂੰ ਨਹੀਂ ਬਖਸ਼ਾਂਗੇ ਉਹਨੂੰ ਨਹੀਂ ਬਖਸ਼ਾਂਗੇ, ਯਾਨੀ ਉਹਨਾਂ ਨੂੰ ਤੁਸੀਂ ਸੁਚੇਤ ਕਰ ਰਹੇ ਹੋ ਕਿ ਤੁਹਾਡਾ ਨਾਂ ਆਉਣ ਵਾਲਾ ਹੈ। ਕਿਹੜਾ ਮੰਤਰੀ ਜਾਂ ਕਿਹੜਾ ਪੁਲਿਸ ਅਫਸਰ ਨਹੀਂ ਜਾਣਦਾ ਕਿ ਅੱਜ ਦੀ ਡੇਟ 'ਚ ਸਾਰੀਆਂ ਵੀਡੀਓ ਰਿਕਾਰਡਿੰਗਾਂ ਰੱਖ ਕੇ ਸਾਰੀਆਂ ਸਟੇਟਮੈਂਟਾਂ ਰੱਖ ਕੇ ਉਹ ਜਦੋਂ ਕੋਰਟ 'ਚ ਕੇਸ ਪਹੁੰਚੇਗਾ ਜੋ ਮਰਜ਼ੀ ਕਹਾਣੀ ਤੁਸੀਂ ਬੁਣ ਕੇ ਭੇਜ ਦਿਓ, ਜੇ ਉਹਦੇ 'ਚ ਤੱਥ ਨਹੀਂ ਹੋਣਗੇ, ਜੇ ਤੁਸੀਂ ਓਵਰ ਜੰਪ ਕੀਤਾ ਹੋਏਗਾ, ਜੇ ਤੁਸੀਂ ਐਵੀਡੈਂਸ ਨੂੰ ਲੈ ਕੇ ਪਹਿਲੇ ਦਾਅਵੇ ਕੀਤੇ ਹੋਣਗੇ, ਉਹ ਮੁਲਜ਼ਮ ਜਾ ਕੇ ਰੱਖਣਗੇ ਦੇਖੋ ਜੀ ਪੋਲੀਟੀਕਲ ਵਿਲ ਸੀਗੀ, ਪੋਲੀਟੀਕਲ ਦੇ ਵਿਲ ਦੇ ਮੁਤਾਬਿਕ ਆਹ ਪੁਲਿਸ ਅਫਸਰਾਂ ਨੇ ਕੰਮ ਕਰਤਾ, ਇਹ ਤਾਂ ਸਾਡੇ ਨਾਲ ਨਜਾਇਜ਼ ਹੋਈ ਹੈ। ਜਿੰਨੇ ਮੁਲਜ਼ਮਾਂ ਨੂੰ ਜ਼ਮਾਨਤਾਂ ਮਿਲੀਆਂ, ਜਿੰਨੇ ਵੀ ਲੋਕ ਹਾਈ ਕੋਰਟ ਗਏ, ਉਹਨਾਂ ਨੇ ਇਹੀ ਦੁਹਾਈ ਦਿੱਤੀ। ਪਰ ਚਾਹੇ ਉਹ ਪੰਜਾਬ ਸਰਕਾਰ ਦੇ ਮੰਤਰੀ ਹੋਣ ਜਾਂ ਅਫਸਰ ਹੋਣ, ਪਹਿਲੇ ਦਿਨ ਤੋਂ ਹੀ ਬਾਜ਼ ਨਹੀਂ ਆਏ। ਉਹਨਾਂ ਨੇ ਜਾਂਚ 'ਚ ਘੱਟ ਧਿਆਨ ਦਿੱਤਾ ਤੇ ਮੀਡੀਆ 'ਚ ਔਰ ਸਟੇਟਮੈਂਟਾਂ ਦੇਣ 'ਚ ਜ਼ਿਆਦਾ ਯਕੀਨ ਰੱਖਿਆ। ਉਹਦਾ ਇਹ ਨਤੀਜਾ ਹੈ ਕਿ ਅੱਜ ਸਿੱਟ ਵੀ ਇੱਕ ਤਰ੍ਹਾਂ ਦਾ ਕਹਿ ਦੋ ਨਾ ਕਿ ਦੁਫਾੜ ਤੇ ਲੀਰੋ ਲੀਰ ਹੋਈ ਦਿਖ ਰਹੀ ਹੈ। 4 ਅਫਸਰ ਇੱਧਰ ਦੀ ਗੱਲ ਕਰੀ ਜਾ ਰਹੇ ਹੈ, ਇੱਕ ਅਫਸਰ ਇੱਧਰ ਦੀ ਗੱਲ ਕਰੀ ਜਾ ਰਿਹਾ। ਸਵਾਲ ਇਹ ਹੈ ਕਿ ਸਿੱਟ ਕਾਹਦੀ ਹੋਈ? ਕਿਵੇਂ ਇੱਕ ਸਿੱਟ ਦਾ ਚੀਫ ਇਹ ਗੱਲ ਕਹਿ ਸਕਦਾ ਹੈ ਜੋ ਲਗਾਤਾਰ ਮੀਡੀਆ 'ਚ ਆ ਰਿਹਾ ਹੈ ਕਿ ਆਈਜੀ ਨੇ ਸਾਨੂੰ ਬਿਨਾਂ ਪੁੱਛੇ ਕਾਰਵਾਈ ਕਰਤੀ? ਸਰਕਾਰ ਨੂੰ ਇਹ ਪੁੱਛਣਾ ਚਾਹੀਦਾ ਆਈਜੀ ਨੂੰ ਕਿ ਅਗਰ ਸਭ ਕੁਝ ਠੀਕ ਹੋਇਆ ਹੈ, ਇਹ ਇੰਨਾ ਸੀਰੀਅਸ ਮੁੱਦਾ ਸੀਗਾ, ਇਸ ਮੁੱਦੇ 'ਚ ਇੱਕ ਵੀ ਮੁਲਜ਼ਮ ਬਚਣਾ ਨਹੀਂ ਚਾਹੀਦਾ ਸੀਗਾ, ਆਖਿਰਕਾਰ ਤੁਸੀਂ ਇਸ ਤਰ੍ਹਾਂ ਦੀ ਜਾਂਚ ਕਿਉਂ ਕਰ ਰਹੇ ਹੋ ਜਿਹਦੇ ਨਾਲ ਮੁਲਜ਼ਮਾਂ ਨੂੰ ਫਾਇਦਾ ਮਿਲੇਗਾ? ਕੋਈ ਨਹੀਂ ਪੁੱਛ ਰਿਹਾ, ਕੋਈ ਇਹ ਨਹੀਂ ਕਹਿ ਰਿਹਾ ਕਿ ਆਖਿਰਕਾਰ ਇੱਕ ਆਈਜੀ ਇਕੱਲਾ ਕਿਵੇਂ ਸਾਈਨ ਕਰਕੇ ਰਿਪੋਰਟ ਦੇ ਸਕਦਾ ਹੈ। ਜੀ ਇੱਥੇ ਸਵਾਲ ਹੈ, ਇੱਕ ਸਵਾਲ ਹੈ, ਤੁਸੀਂ ਕਹਿ ਰਹੇ ਹੋ ਕਿ ਸਿੱਟ ਦੋ ਫਾੜ ਹੋ ਗਈ, ਏਡੀਜੀਪੀ ਨੇ ਚਿੱਠੀ ਲਿਖੀ, ਲੇਕਿਨ ਉਹ ਜੋ ਚਿੱਠੀ ਲਿਖੀ ਗਈ ਹੈ ਉਸ ਦਾ ਕੇਸ ਤੇ ਕੀ ਅਸਰ ਰਹੇਗਾ? ਕਿਉਂਕਿ ਸਰਕਾਰ ਨੂੰ ਆਲਰੇਡੀ ਪ੍ਰੋਸੀਕਿਊਸ਼ਨ ਸੈਂਕਸ਼ਨ ਕਰਨ ਦੀ ਰਿਕੁਐਸਟ ਕਰ ਦਿੱਤੀ ਹੈ। ਦੇਖੋ, ਸਿੱਧਾ ਚੈਲੰਜ ਕਰੇਗੇ, ਇਹ ਤਾਂ ਸਰਕਾਰ ਦਾ ਕੰਮ ਹੋ ਗਿਆ, ਇਹ ਤਾਂ ਪੁਲਿਸ ਦਾ ਕੰਮ ਹੋ ਗਿਆ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਲਈ ਚਾਰਜਸ਼ੀਟ ਨੂੰ ਭੇਜ ਦਿਓ। ਹੁਣ ਮੁਲਜ਼ਮ ਕੀ ਕਰਨਗੇ? ਇਹ ਜਿਹੜੀਆਂ ਚਿੱਠੀਆਂ ਲਿਖੀਆਂ ਜਾਣੀਆਂ, ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ, ਜੋ ਅਖਬਾਰਾਂ 'ਚ ਬਿਆਨ ਆ ਰਿਹਾ, ਜੋ ਰੈਲੀਆਂ 'ਚ ਖੜੇ ਹੋ ਕੇ ਬੋਲਿਆ ਜਾ ਰਿਹਾ ਹੈ, ਕਿਆ ਜੋ ਐਵੀਡੈਂਸ ਅਗਰ ਕੋਲੈਬੋਰੇਟਿੰਗ ਐਵੀਡੈਂਸ ਨਹੀਂ ਹੋਏਗਾ ਪੁਲਿਸ ਕੋਲ ਤੇ ਮੁਲਜ਼ਮ ਲੈ ਕੇ ਖੜੇ ਨਹੀਂ ਹੋ ਜਾਣਗੇ ਕਿ ਸਬੂਤ ਹੈ ਨਹੀਂ, ਆਹ ਸਟੇਟਮੈਂਟਾਂ ਆਈਆਂ ਸੀ, ਇਸ ਕਰਕੇ ਇਸ ਤਰ੍ਹਾਂ ਦਾ ਹੋ ਰਿਹਾ ਹੈ। ਜੇ ਚਿੱਠੀ ਲਿਖੀ ਹੋਏਗੀ ਤੇ ਚਲਾਨ ਸਿੱਧਾ ਹੀ ਚੈਲੰਜ ਹੋ ਜਾਏਗਾ। ਮੁਲਜ਼ਮ ਕਹਿਣਗੇ ਕਿ ਦੇਖੋ ਜੀ ਸਿੱਟ ਦੇ 4 ਮੈਂਬਰੀ ਦੇ ਨਾਲ ਇਤਫਾਕ ਨਹੀਂ ਰੱਖਦੇ, ਇੱਕ ਆਦਮੀ ਨੇ ਦੇਤੀ ਬਿਨਾਂ ਪੁੱਛੇ। ਜੇ ਚੇਅਰਪਰਸਨ ਹੀ ਇਤਫਾਕ ਨਹੀਂ ਰੱਖਦਾ ਹੈ ਤੇ ਉਸ ਚਲਾਨ ਦੀ ਕਿੰਨੀ ਕੁ ਵੈਲਿਊ ਰਹਿ ਜਾਏਗੀ? ਮੈਨੂੰ ਨਹੀਂ ਲੱਗਦਾ ਕਿ ਅਗਰ ਕੱਲ ਨੂੰ ਮੰਨ ਲਓ ਜਦੋਂ ਕੋਰਟ 'ਚ ਪਹੁੰਚੋਗੇ ਤੇ ਸਾਰੇ ਸਰਕਾਰੀ ਗਵਾਹ ਹੋਣਗੇ ਤੇ ਚੇਅਰਪਰਸਨ ਕੀ ਕਹੂਗਾ ਜਾ ਕੇ ਕਿ ਮੈਂ ਚਿੱਠੀ ਨਹੀਂ ਲਿਖੀ ਸੀ?
ਜੇ ਚਿੱਠੀ ਲਿਖੀ ਸੀ ਤੇ ਉਹ ਕਹਿਣਗੇ ਕਿਉਂ ਲਿਖੀ ਸੀ, ਉਹ ਕਹੇਗਾ ਮੈਂ ਇਸ ਚੀਜ਼ ਨਾਲ ਇਤਫਾਕ ਨਹੀਂ ਰੱਖਦਾ ਸੀ, ਕੇਸ ਤਾਂ ਉਹਦੇ ਮੂੰਹ ਥੱਲੇ ਜਾਏਗਾ। ਸੋ ਬੇਅਦਬੀਆਂ ਦਾ ਔਰ ਜਿਹੜੀ ਬੇਅਦਬੀਆਂ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਤੇ ਹੋਈ ਫਾਇਰਿੰਗ ਸੀ, ਮੈਂ ਕਲੀਅਰ ਕਰਦਾ, ਇਹ ਬੇਅਦਬੀਆਂ ਦੇ ਮਾਮਲੇ ਦੀ ਜਾਂਚ ਨਹੀਂ ਹੈ। ਇਹ ਜਿਹੜੀ ਕੋਟ ਕਪੂਰਾ ਔਰ ਵੈਵਲ ਕਲਾਂ 'ਚ ਗੋਲੀ ਚੱਲੀ ਸੀ, ਜਿਹਦੇ 'ਚ ਅਜੀਤ ਸਿੰਘ ਨਾਂ ਦਾ ਬੰਦਾ ਇੱਕ ਕੋਟ ਕਪੂਰਾ 'ਚ ਇੰਜਰਡ ਹੋਇਆ ਸੀ ਔਰ 2 ਸ਼ਖਸ ਜਿਨ੍ਹਾਂ ਦੀ ਵੈਵਲ ਕਲਾਂ 'ਚ ਜਾਂਚ ਗਈ ਸੀ, ਉਸ ਫਾਇਰਿੰਗ ਲਈ ਕੌਣ ਜ਼ਿੰਮੇਵਾਰ ਸੀ, ਕਿਹਦੇ ਹੁਕਮਾਂ ਨਾਲ ਦਿੱਤੀ ਗਈ, ਕਿਆ ਉਹ ਟਾਲੀ ਜਾ ਸਕਦੀ ਸੀ, ਇਸ ਇੰਸਟੈਂਸ ਦੀ ਜਾਂਚ ਲਈ ਇਹ SIT ਬਣੀ ਸੀਗੀ। ਲੇਕਿਨ SIT ਦੇ ਅਫਸਰ ਜਿਸ ਤਰ੍ਹਾਂ ਇੱਕ ਦੂਜੇ ਤੋਂ ਅਲੱਗ ਰਾਏ ਰੱਖਦੇ ਨੇ, ਜਾਂ ਮੰਨ ਲਓ ਕਿ ਜਾਂਚ 'ਚ ਇੱਕ ਅਫਸਰ ਤਾਂ ਸਭ ਕੁਝ ਕਰੀ ਜਾ ਰਿਹਾ ਹੈ, ਬਾਕੀ 4 ਅਫਸਰ ਸਾਇਲੈਂਟ ਬੈਠੇ ਆ, ਉਹਨਾਂ ਦੀ ਕੀ ਸ਼ਮੂਲੀਅਤ ਹੈ ਕੀ ਨਹੀਂ ਹੈ, ਉਹ ਜਦੋਂ ਪੇਪਰ ਖੁੱਲਣਗੇ ਤਾਂ ਸਾਹਮਣੇ ਆਏਗਾ। ਲੇਕਿਨ ਮੈਂ ਇੰਨਾ ਗੱਲ ਕਹਿ ਸਕਦਾ ਹਾਂ ਕਿ ਜੇ SIT ਦੇ ਹੈੱਡ ਨੇ ਚਿੱਠੀ ਲਿਖੀ ਹੈ DGP ਨੂੰ ਔਰ ਉਹਨੇ ਕਿਹਾ ਹੈ ਕਿ ਅਸੀਂ ਇਸ ਚਲਾਨ ਨਾਲ ਇਤਫਾਕ ਨਹੀਂ ਰੱਖਦੇ, ਮੈਨੂੰ ਇਹ ਗੱਲ ਕਿਉਂ ਸਹੀ ਲੱਗਦੀ ਹੈ, ਚਿੱਠੀ ਮੇਰੇ ਕੋਲ ਵੀ ਨਹੀਂ ਹੈ ਹੱਲੇ, ਲੇਕਿਨ ਮੈਨੂੰ ਤਾਂ ਸਹੀ ਲੱਗਦੀ ਹੈ ਕਿ ਚਲਾਨ ਤੇ ਸਾਰੀ ਸਿੱਟ ਦੇ ਸਾਈਨ ਹੀ ਨਹੀਂ ਹੈ। SIT ਦੇ 5 ਅਫਸਰਾਂ ਤੇ ਸਭ ਦੇ ਸਾਈਨ ਹੋਣੇ ਚਾਹੀਦੇ ਸੀ ਨਾ, 2 ਹੀ ਅਫਸਰਾਂ ਦੇ ਸਾਈਨ ਕਿਉਂ ਹੈ, IG ਔਰ DSP ਦੇ ਸਾਈਨ ਕਿਉਂ ਹੈ? ਸੋ ਸਵਾਲ ਇਹ ਲੱਗਦਾ ਹੈ ਕਿ ਜੇ SIT ਦੇ ਸਾਰੇ ਅਫਸਰਾਂ ਦੇ ਸਾਈਨ ਹੀ ਨਹੀਂ ਹੈਗੇ ਉੱਪਰ, ਤੇ ਇਹ ਤੇ ਫਸਟ ਸਟੈਪ ਤੇ ਜਾ ਕੇ ਚੈਲੰਜ ਹੋ ਜਾਏਗੀ ਕਿ ਆਖਿਰਕਾਰ ਕਿਉਂ ਬਾਕੀਆਂ ਨੇ ਸਾਈਨ ਨਹੀਂ ਕੀਤੇ, ਕਿਆ ਉਹਨਾਂ ਦਾ ਸਾਈਨ ਕਰਨਾ ਜ਼ਰੂਰੀ ਸੀ ਵੀ ਜਾਂ ਨਹੀਂ ਸੀ, ਅਗਰ ਜ਼ਰੂਰੀ ਸੀ ਤਾਂ ਕਿਉਂ ਸਾਈਨ ਨਹੀਂ ਕੀਤੇ? ਸੋ ਜਿੰਨਾ ਚੋਣਾਂ ਦੇ ਦੌਰਾਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਜਾਂ ਅਮਰਿੰਦਰ ਸਿੰਘ ਨੇ ਗਵਰਨਮੈਂਟ ਚਾਣ ਲਈ ਜਿਸ ਤਰ੍ਹਾਂ ਇਸ ਮੁੱਦੇ ਨੂੰ ਪ੍ਰਚਾਰ ਦੇ ਵਿੱਚ ਇਸਤੇਮਾਲ ਕੀਤਾ, ਮੈਨੂੰ ਲੱਗਦਾ ਹੈ ਕਿ ਇਹਨੂੰ ਬਹੁਤ ਗੰਭੀਰਤਾ ਨਾਲ ਜਾਂਚਣ ਦੀ ਲੋੜ ਸੀ। ਇਹ ਲੋਕਾਂ ਦੀ ਭਾਵਨਾਵਾਂ ਦਾ ਸਵਾਲ ਸੀ। ਹਰ ਆਦਮੀ ਚਾਹੁੰਦਾ ਸੀ ਕਿ ਬੇਅਦਬੀਆਂ ਜਿਨ੍ਹਾਂ ਨੇ ਕਰਾਈਆਂ ਉਹ ਸਲਾਖਾਂ ਦੇ ਪਿੱਛੇ ਜਾਣ, ਜਿਨ੍ਹਾਂ ਨੇ ਬੇਅਦਬੀਆਂ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਫਾਇਰਿੰਗ ਕੀਤੀ, ਅਗਰ ਉਹ ਫਾਇਰਿੰਗ ਨਜਾਇਜ਼ ਸੀ ਤੇ ਉਹ ਲੋਕਾਂ ਦਾ ਪਤਾ ਲੱਗੇ। ਮੈਨੂੰ ਲੱਗਦਾ ਹੈ ਕਿ ਉਨੀ ਗੰਭੀਰਤਾ ਨਾਲ ਜਾਂਚ ਨਹੀਂ ਹੋਈ। ਪਹਿਲੇ ਸਟੈਪ ਤੋਂ ਹੌਲੀ ਹੌਲੀ ਅਗਰ ਪ੍ਰਚਾਰ ਨੂੰ ਬਾਹਰ ਕੱਢ ਦਈਏ ਤਾਂ ਇਸ ਜਾਂਚ 'ਚ ਪ੍ਰੋਫੈਸ਼ਨਲਿਜ਼ਮ ਦੀ ਕਮੀ ਦਿਖਣ ਲੱਗ ਗਈ ਸੀਗੀ। ਇੰਟਰਵਿਊਜ਼ ਆਉਣ ਲੱਗ ਗਏ ਸੀ, ਇਹਨੂੰ ਬੁਲਾਵਾਂਗੇ ਇਹਨੂੰ ਕਰਾਂਗੇ। ਇਹ ਬਿਲਕੁਲ ਗੁਪਚੁਪ ਤਰੀਕੇ ਨਾਲ ਹੋਣੀ ਚਾਹੀਦੀ ਸੀ ਔਰ ਸਿੱਧਾ ਕੋਰਟ 'ਚ ਚਲਾਨ ਜਾਣਾ ਚਾਹੀਦਾ ਸੀ। ਜਿਹੜੇ ਵੀ ਮੁਲਜ਼ਮ ਹੈ ਉਹਨਾਂ ਮੁਲਜ਼ਮਾਂ ਦੇ ਖਿਲਾਫ ਸਬੂਤ ਦੇਣੇ ਚਾਹੀਦੇ ਸੀ, ਨਾ ਕਿ ਹੇਅਰਸੇ ਤੇ ਜਾਂਚ ਹੋਣੀ ਚਾਹੀਦੀ ਸੀ। ਸੋ ਤਮਾਮ ਚੀਜ਼ਾਂ ਨੂੰ ਅਗਰ ਕੋਰਟ ਦੇ ਸਾਹਮਣੇ ਰੱਖਿਆ ਜਾਂਦਾ ਤੇ ਮੁਲਜ਼ਮ ਬਚ ਨਹੀਂ ਸਕਦੇ ਸੀ। ਲੇਕਿਨ ਇਹਦੇ 'ਚ ਤਾਂ ਸਟੇਟਮੈਂਟਾਂ, ਪੋਲੀਟੀਕਲ ਸਟੇਟਮੈਂਟਾਂ, ਰੈਲੀਆਂ 'ਚ ਪ੍ਰਚਾਰ ਇੰਨਾ ਕੁਝ ਹੋਇਆ ਹੈ, ਮੈਨੂੰ ਲੱਗਦਾ ਇਹ ਤਮਾਮ ਚੀਜ਼ਾਂ ਨੂੰ ਮੁਲਜ਼ਮ ਆਪਣੇ ਫੇਵਰ 'ਚ ਇਸਤੇਮਾਲ ਕਰਨਗੇ। ਔਰ ਉਹਦੇ ਤੇ ਸਭ ਤੋਂ ਵੱਡਾ ਤੁਰਰਾ ਹੁਣ ਇਹ ਹੋ ਗਿਆ ਕਿ SIT ਦੇ ਅਫਸਰ ਹੀ ਅਲੱਗ-ਅਲੱਗ ਰਾਏ ਰੱਖ ਰਹੇ। ਪੋਲੀਟੀਕਲ ਗੱਲ ਤੇ ਬਾਅਦ ਚਾਹਾਂਗੇ, ਪਹਿਲਾਂ ਚਾਰਜ ਸ਼ੀਟ ਤੇ ਆਨੇ ਆ ਪਟਿਆਲ ਜੀ। ਚਾਰਜ ਸ਼ੀਟ ਦੇ ਵਿੱਚ ਇੱਕ ਹੋਰ ਅਕਾਲੀ ਦਲ ਵੀ ਪੁਆਇੰਟ ਆਊਟ ਕਰ ਰਿਹਾ ਐਰਰ ਕਿ 23 ਤਰੀਕ ਨੂੰ ਸਾਈਨ ਹੋਈ ਹੈ। ਉਸ ਸਮੇਂ ਮਾਡਲ ਕੋਡ ਆਫ ਕੰਡਕਟ ਇਨ ਪਲੇਸ ਸੀਗਾ, ਉਸ ਤੋਂ ਬਾਅਦ ਹਟਿਆ, ਉਸ ਤੋਂ ਬਾਅਦ IG ਕੁੰਵਰ ਵਿਜੇ ਪ੍ਰਤਾਪ ਰੀਇਨਸਟੇਟ ਹੋਏ SIT ਦੇ ਵਿੱਚ। ਤੁਹਾਨੂੰ ਲੱਗਦਾ ਇਹ ਐਂਗਲ ਵੀ ਜਿਹੜਾ ਹੈ ਇਹ ਕਮਜ਼ੋਰ ਕਰੇਗਾ ਕੇਸ ਨੂੰ ਕਿ SIT ਤੇ ਸਵਾਲ ਖੜੇ ਕਰੇਗਾ? ਕਿਉਂਕਿ ਇਲੈਕਸ਼ਨ ਕਮਿਸ਼ਨ CEO ਪੰਜਾਬ ਵੀ ਇਸ ਤੇ ਬੋਲ ਕੇ ਰਾਜ਼ੀ ਨਹੀਂ ਕਿ ਆਖਿਰਕਾਰ ਇੱਕ ਮਾਡਲ ਕੋਡ ਆਫ ਕੰਡਕਟ ਦੀ ਵਾਇਓਲੇਸ਼ਨ ਕੀਤੀ ਗਈ ਹੈ ਜਾਂ ਨਹੀਂ। देखिए, कुंवर विजय प्रताप सिंह की एक स्टेटमेंट ਨੂੰ ਲੈ ਕੇ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਦਿੱਲੀ ਜਾ ਕੇ ਇਤਰਾਜ਼ ਜਤਾਇਆ ਕਿ ਇਹ ਅਫਸਰ ਚੋਣ ਆ ਗਏ ਹਨ ਤੇ ਇਸ ਕਰਕੇ ਇਹ ਨਜਾਇਜ਼ ਤੌਰ ਤੇ ਕਾਂਗਰਸ ਦੇ ਸਪੋਕਸਮੈਨ ਦੇ ਤੌਰ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ। ਔਰ ਉਹਨਾਂ ਨੇ ਕਈ ਉਹਨਾਂ ਦੀਆਂ ਜਿਹੜੀਆਂ ਹੈ ਮੀਡੀਆ 'ਚ ਆਈਆਂ ਕਲਿੱਪਿੰਗਸ ਕੁੰਵਰ ਵਿਜੇ ਪ੍ਰਤਾਪ ਦੀਆਂ ਉੱਥੇ ਪੇਸ਼ ਕੀਤੀਆਂ। ਉਸ ਤੋਂ ਬਾਅਦ ਚੋਣ ਆਯੋਗ ਨੇ ਇੱਕ ਚਿੱਠੀ ਕੱਢੀ ਔਰ ਉਹਨਾਂ ਨੇ ਕਿਹਾ ਕਿ ਇਸ IG ਨੂੰ ਟ੍ਰਾਂਸਫਰ ਕਰ ਦਿਓ। ਇਹ ਆਰਡਰ ਆਉਣ ਤੋਂ ਬਾਅਦ ਉਹਨਾਂ ਨੂੰ ਹਟਾਇਆ ਗਿਆ ਔਰ ਇਹ ਇਸ ਗੱਲ ਦੀ ਪੁਸ਼ਟੀ ਇਸ ਤੋਂ ਹੁੰਦੀ ਹੈ ਕਿ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਨਾ ਸਿਰਫ ਚਿੱਠੀ ਲਿਖੀ ਇਤਰਾਜ਼ ਵਾਲੀ ਕਿ ਤੁਸੀਂ ਕਿਉਂ ਹਟਾ ਰਹੇ ਹੋ, ਬਲਕਿ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਮੀਡੀਆ ਦੇ ਵਿੱਚ ਔਰ ਰੈਲੀਆਂ ਦੇ ਵਿੱਚ ਕਿ ਚੋਣ ਕਮਿਸ਼ਨ ਦੇ ਲੋਕ ਅਕਾਲੀ ਦਲ ਔਰ BJP ਗਵਰਨਮੈਂਟ ਦੇ ਦਬਾਅ 'ਚ ਕੰਮ ਕਰ ਰਹੇ ਹਨ, ਇਸ ਕਰਕੇ ਉਹਨਾਂ ਨੇ IG ਨੂੰ ਹਟਾਤਾ। ਅਸੀਂ ਇਸ IG ਨੂੰ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਜਦੋਂ ਮਾਡਲ ਆਫ ਕੋਡ ਆਫ ਕੰਡਕਟ ਹਟੇਗਾ, ਮਾਡਲ ਕੋਡ ਆਫ ਕੰਡਕਟ, ਉਸ ਤੋਂ ਬਾਅਦ ਅਸੀਂ ਦੁਬਾਰਾ ਲਾਵਾਂਗੇ ਔਰ SIT ਦੀ ਜਾਂਚ ਕਰੇਗਾ। ਫਿਰੋਜ਼ਪੁਰ ਦੀ ਰੈਲੀ 'ਚ ਵੀ ਉਹਨਾਂ ਨੇ ਇਹ ਗੱਲ ਸ਼ਰੇਆਮ ਕਹੀ, ਠੋਕ ਕੇ ਕਹੀ। ਹੁਣ ਇਹਨਾਂ ਸਾਰੇ ਇੰਸਟੈਂਸਿਸ ਤੋਂ ਬਾਅਦ ਇਹ ਤੈਅ ਹੁੰਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ SIT 'ਚ ਕੰਮ ਨਹੀਂ ਕਰ ਰਹੇ ਸੀ ਜਦੋਂ ਤੱਕ ਕਿ ਇਲੈਕਸ਼ਨ ਦੇ ਦੌਰਾਨ ਲੱਗਾ ਕੋਡ ਆਫ ਕੰਡਕਟ ਖਤਮ ਨਹੀਂ ਹੋਇਆ। ਕੋਡ ਆਫ ਕੰਡਕਟ ਖਤਮ ਹੋਇਆ 26 ਮਈ ਨੂੰ, ਲੇਕਿਨ 23 ਮਈ ਨੂੰ ਸਾਈਨ ਕਰਨਾ ਔਰ ਜਦੋਂ ਚਾਰਜ ਸ਼ੀਟ ਕੋਰਟ 'ਚ ਪੇਸ਼ ਹੋਈ ਉਹਦੇ ਥੱਲੇ ਕੁੰਵਰ ਵਿਜੇ ਪ੍ਰਤਾਪ ਦੇ ਸਾਈਨ ਦੇ ਥੱਲੇ 23 ਤਰੀਕ ਲਿਖਿਆ ਗਿਆ ਸੀ ਤੇ ਇਹ ਗੱਲ ਪੁਆਇੰਟ ਆਊਟ ਹੋ ਗਈ। ਹੁਣ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਔਰ ਇਹ CMO ਨੂੰ ਗੱਲ ਕਲੀਅਰ ਕਰਨੀ ਪਏਗੀ ਕਿ ਆਖਿਰਕਾਰ ਕੁੰਵਰ ਵਿਜੇ ਪ੍ਰਤਾਪ ਕਿਆ ਵਾਕਿਆ ਹੀ ਚੋਣ ਕਮਿਸ਼ਨ ਦੇ ਆਰਡਰ ਤੋਂ ਬਾਅਦ ਹਟਾਏ ਵੀ ਗਏ ਸੀ ਜਾਂ ਨਹੀਂ ਹਟਾਏ ਗਏ ਸੀ। ਅਗਰ ਨਹੀਂ ਹਟਾਏ ਗਏ ਸੀ ਤੇ ਫਿਰ ਅਮਰਿੰਦਰ ਸਿੰਘ ਰੈਲੀਆਂ 'ਚ ਇਹ ਗੱਲ ਕਿਉਂ ਬੋਲ ਰਹੇ ਸੀ ਔਰ ਉਹਨਾਂ ਨੇ ਚਿੱਠੀ ਕਿਉਂ ਲਿਖੀ ਸੀਗੀ ਚੋਣ ਕਮਿਸ਼ਨ ਨੂੰ? ਔਰ ਅਗਰ ਹਟਾ ਦਿੱਤੇ ਗਏ ਸੀਗੇ ਤੇ ਉਹਨਾਂ ਨੇ ਕੋਡ ਆਫ ਕੰਡਕਟ 26 ਤਰੀਕ ਨੂੰ ਖਤਮ ਹੁੰਦਾ ਹੈ ਤੇ ਉਹਨਾਂ ਨੇ ਚਾਰਜ ਸ਼ੀਟ 23 ਤਰੀਕ ਦੀ ਡੇਟ 'ਚ ਕਿਵੇਂ ਸਾਈਨ ਕਰਤੀ? ਨੰਬਰ 3,
27 ਤਰੀਕ ਨੂੰ ਪੰਜਾਬ ਗਵਰਨਮੈਂਟ ਦਾ ਪ੍ਰੈਸ ਨੋਟ ਆਇਆ ਸਾਨੂੰ, ਔਰ ਪ੍ਰੈਸ ਨੋਟ 'ਚ ਲਿਖਿਆ ਸੀ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਦੁਬਾਰਾ ਤੋਂ SIT 'ਚ ਲਗਾ ਦਿੱਤਾ ਗਿਆ। ਜਦੋਂ 27 ਤਰੀਕ ਨੂੰ ਉਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਤਾਂ 23 ਤਰੀਕ 'ਚ ਸਾਈਨ ਕਿਵੇਂ ਹੋ ਗਏ? ਹੁਣ ਇਹ ਸਭ ਚੀਜ਼ਾਂ ਤੋਂ ਇਹ ਲੱਗਦਾ ਹੈ ਕਿ ਕੋਈ ਵੀ IPS ਅਫਸਰ ਜਾਂ ਕੋਈ ਵੀ ਗਵਰਨਮੈਂਟ ਇੰਨਾ ਮਹੱਤਵਪੂਰਨ ਚਲਾਨ ਜਿਹਦੇ ਤੇ ਸਾਰੀ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ, ਪੰਜਾਬ ਦੇ ਔਰ ਬਾਹਰ ਬਸਦੇ ਸਿੱਖਾਂ ਦੀ ਨਜ਼ਰ ਟਿਕੀ ਹੋਈ ਹੈ, ਉਹਨੂੰ ਇੰਨੀ ਲਾਪਰਵਾਹੀ ਨਾਲ ਸਾਈਨ ਕਿੱਦਾਂ ਕਰ ਸਕਦੇ ਆ? ਇਹ ਮੌਕਾ ਅਕਾਲੀ ਦਲ ਨੂੰ ਪੁਆਇੰਟ ਆਊਟ ਕਰਨ ਦਾ, ਅਕਾਲੀ ਦਲ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੱਭ ਹੀ ਰਿਹਾ ਸੀਗਾ, ਇਹ ਪੁਆਇੰਟ ਆਊਟ ਕਰਨ ਦਾ ਮੌਕਾ ਕਿਹਨੇ ਦਿੱਤਾ? ਖੁਦ ਸਰਕਾਰ ਦੇ ਅਫਸਰਾਂ ਨੇ। ਅਗਰ ਉਹ 27 ਤਰੀਕ ਨੂੰ ਲਗਾ ਰਹੇ ਸੀਗੇ, ਉਹਨਾਂ ਨੂੰ ਵਾਪਸ 27 ਮਈ ਨੂੰ ਚਾਰਜ ਦਿੱਤਾ ਸੀ ਤੇ ਚਾਰਜ ਸ਼ੀਟ ਪਹਿਲਾਂ ਸਾਈਨ ਨਹੀਂ ਹੋਣੀ ਚਾਹੀਦੀ ਸੀ। ਅਗਰ ਸਾਈਨ ਹੋਣੀ ਚਾਹੀਦੀ ਸੀ ਤੇ ਸਰਕਾਰ ਨੂੰ ਕਲੀਅਰ ਕਰਨਾ ਚਾਹੀਦਾ ਸੀਗਾ ਕਿ ਅਸੀਂ SIT 'ਚੋਂ ਨਹੀਂ ਹਟਾਇਆ। ਚੋਣ ਕਮਿਸ਼ਨ ਨੇ ਕਹਿਤਾ ਅਸੀਂ ਨਹੀਂ ਹਟਾਇਆ, ਸਰਕਾਰ ਇਹ ਕਹਿੰਦੀ ਵੀ ਰਹੀ ਕਿ ਅਸੀਂ ਹਟਾਤਾ, ਸਾਈਨ ਵੀ ਹੋ ਗਏ ਔਰ ਦੁਬਾਰਾ ਪਲੇਸ ਵੀ ਕਰਤਾ 27 ਤਰੀਕ ਨੂੰ। 23 ਤਰੀਕ ਨੂੰ ਸਾਈਨ ਹੋ ਰਹੇ ਆ, 27 ਤਰੀਕ ਨੂੰ 4 ਦਿਨ ਬਾਅਦ ਪਲੇਸ ਕਰਤਾ। ਹੁਣ ਇਹ ਚੀਜ਼ ਕੋਰਟ ਤੱਕ ਪੁਆਇੰਟ ਆਊਟ ਹੋਏਗੀ। ਹੁਣ ਪੁਆਇੰਟ ਆਊਟ ਹੋਏਗੀ ਤਾਂ ਇਹਦੇ 'ਚ ਕੀ ਹੈ? ਜਿਨ੍ਹਾਂ ਨੂੰ ਤੁਸੀਂ ਅਲੈਜ ਕਰ ਰਹੇ ਹੋ ਅਕਾਲੀ ਦਲ ਦੇ ਟਾਈਮ ਦੇ ਅਫਸਰਾਂ ਨੂੰ ਜਾਂ ਅਕਾਲੀ ਦਲ ਦੇ ਲੀਡਰਾਂ ਨੂੰ, ਉਹ ਇਸ ਗੱਲ ਦੀ ਪਲੀ ਲੈਣਗੇ ਕਿ ਇਹ ਹੋ ਕੀ ਰਿਹਾ ਹੈ, ਇਹ ਰਾਮ ਰੌਲਾ ਕੀ ਚੱਲ ਰਿਹਾ ਹੈ, ਕੋਈ ਕਾਇਦਾ ਕਾਨੂੰਨ ਮਾਇਨੇ ਰੱਖਦਾ ਹੈ ਨਹੀਂ। ਸੋ ਕਾਨੂੰਨਨ ਕਈ ਇਸ ਤਰ੍ਹਾਂ ਦੀਆਂ ਗਲਤੀਆਂ ਮੈਨੂੰ ਲੱਗਦਾ ਕੀਤੀਆਂ ਗਈਆਂ, ਕਈ ਇਦਾਂ ਦੇ ਐਰਰ ਹੈ ਜਿਹੜੇ ਕਿ ਇਸ ਕੇਸ 'ਚ ਜਦੋਂ ਵੀ ਇਹ ਕੋਰਟ 'ਚ ਪਹੁੰਚੇਗਾ ਤੇ ਉਹ ਇੰਨੇ ਸਟਰੋਂਗਲੀ ਪੁੱਟ ਅਪ ਹੋਣਗੇ ਕਿ ਆਰੋਪੀ ਪਕਸ਼ ਇਹ ਚੀਜ਼ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ ਕਿ ਇਹ ਪੋਲੀਟੀਕਲ ਜਾਂਚ ਹੈ, ਇਹ ਫੈਕਚੁਅਲ ਨਹੀਂ ਹੈ। ਹੁਣ ਉਹ ਫੈਕਚੁਅਲ ਜਾਂਚ ਬਣਾਉਣ ਲਈ ਇਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਜਿੰਨੇ ਵੀ ਐਵੀਡੈਂਸ ਆ ਰਹੇ ਹੈ, ਉਹਨਾਂ ਸਾਰੇ ਐਵੀਡੈਂਸਾਂ ਦੇ ਤਰਤੀਬ ਬਾਈ ਤਰਤੀਬ ਉਹਨਾਂ ਦੇ ਪਕਸ਼ 'ਚ ਪਿੱਛੇ ਜਿਹੜੇ ਸਰਕਮਸਟੈਂਸ਼ੀਅਲ ਐਵੀਡੈਂਸ ਹੈ, ਜਿਹੜੇ ਇਹਨਾਂ ਕੋਲ ਡਾਕੂਮੈਂਟਰੀ ਐਵੀਡੈਂਸ ਹੈ, ਜਿਹੜੇ ਇਹਨਾਂ ਕੋਲ ਗਵਾਹ ਹੈਗੇ ਆ, ਉਹਨਾਂ तमाम ਚੀਜ਼ਾਂ ਨੂੰ ਜੋੜ ਕੇ ਪੇਸ਼ ਕਰਦੇ ਕਿ ਕੱਲ ਨੂੰ ਕੋਰਟ 'ਚ ਕੋਈ ਮੁੱਕਰ ਵੀ ਜਾਵੇ ਤਾਂ ਡਾਕੂਮੈਂਟਰੀ ਐਵੀਡੈਂਸ ਦੇ ਬੇਸ ਤੇ ਉਹ ਚੀਜ਼ ਖੜੀ ਰਵੇ। ਮੈਨੂੰ ਲੱਗਦਾ ਹੈ ਕਿ ਕਈ ਚੀਜ਼ਾਂ 'ਚ ਇਸ ਤਰ੍ਹਾਂ ਦੇ ਮੌਕੇ ਦਿੱਤੇ ਗਏ ਜਿੱਥੇ ਆਰੋਪੀ ਇਸ ਗੱਲ ਨੂੰ ਭੁਨਾ ਸਕਦੇ ਆ। ਇਸੇ ਕਰਕੇ ਅਕਾਲੀ ਦਲ ਪ੍ਰੈਸ ਕਾਨਫਰੰਸਾਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਮੌਕਾ ਦਿੱਤਾ ਤੁਸੀਂ ਬੋਲਣ ਦਾ। ਸਾਰੇ ਮਾਮਲੇ ਦੇ ਵਿੱਚ ਫੇਲੀਅਰ ਸਰਕਾਰ ਦਾ ਗਿਣਿਆ ਜਾਊਗਾ। ਅਸੀਮ ਜੀ ਨਾਲ ਗੱਲ ਕਰਦੇ ਹਾਂ ਕਿਉਂਕਿ ਸਰਕਾਰ ਸਟੇਜਾਂ ਤੋਂ ਬਹੁਤ ਉੱਚੀ ਬੋਲ ਰਹੀ ਸੀ ਕਿ ਬੇਅਦਬੀ ਦੇ ਕੋਟਕਪੂਰਾ ਗੋਲੀकांड ਦੇ ਜੋ ਦੋਸ਼ੀ ਨੇ ਉਹਨਾਂ ਨੂੰ ਨਹੀਂ ਛੱਡਿਆ ਜਾਏਗਾ, ਸਜ਼ਾ ਦਿੱਤੀ ਜਾਏਗੀ। ਔਰ ਬਿਲਕੁਲ ਪਹਿਲਾ ਸਟੈਪ ਸੀ ਚਾਰਜ ਸ਼ੀਟ ਦਾ, ਔਰ ਪਹਿਲੀ ਚਾਰਜ ਸ਼ੀਟ ਸੀਗੀ, ਉਹਦੇ 'ਚ ਹੀ ਇੰਨਾ ਬਲੰਡਰ ਹੋ ਗਿਆ। ਸੋ ਕਿਤੇ ਨਾ ਕਿਤੇ ਸਰਕਾਰ ਦਾ ਫੇਲੀਅਰ ਨਜ਼ਰ ਆਉਂਦਾ ਹੈ ਕਿ ਸਿਰਫ ਪੋਲੀਟੀਕਲ ਮਾਈਲੇਜ ਲੈਣ ਲਈ ਇਹ ਇਸ਼ੂ ਛਾਲਿਆ ਜਾ ਰਿਹਾ ਸੀ। ਦੇਖੋ ਡੈਫੀਨਿਟਲੀ ਜੋ 2017 ਦਾ ਅਸੈਂਬਲੀ ਇਲੈਕਸ਼ਨ ਹੋਇਆ, ਪੂਰਾ ਕੈਂਪੇਨ ਜਿਹੜਾ ਕਾਂਗਰਸ ਦਾ ਸੀਗਾ ਉਹ ਇਸ ਇਸ਼ੂ ਦੇ ਅਰਾਊਂਡ ਰਿਵੋਲਵ ਕੀਤਾ। ਹਾਲਾਂਕਿ ਬਹੁਤ ਜ਼ਿਆਦਾ ਸੈਂਟੀਮੈਂਟਲ ਇਸ਼ੂ ਹੈ, ਇੱਕ ਕਮਿਊਨਿਟੀ ਨੂੰ ਦੇ ਬੜਾ ਕਲੋਜ਼ ਟੂ ਦ ਹਾਰਟ ਹੈ, ਲੇਕਿਨ ਬੜਾ ਅਨਫੋਰਚੂਨੇਟ ਹੈ ਜਿਹੜੀ ਪੋਲੀਟੀਕਲ ਕਲਾਸ ਹੈ ਪੰਜਾਬ ਦੀ, ਉਹ ਇਹਨਾਂ ਨੂੰ ਵੋਟਾਂ 'ਚ ਤਬਦੀਲ ਕਰਨਾ ਚਾਹੁੰਦੀ ਹੈ। ਰਾਹੁਲ ਗਾਂਧੀ ਦੀ ਰੈਲੀ ਤੱਕ ਬਰਗਾੜੀ ਦੇ ਵਿੱਚ ਕਰਾਈ ਗਈ। ਲੇਕਿਨ ਜੇ ਆਪਾਂ ਵੋਟ ਲਈ ਹੈ ਇਸ ਇਸ਼ੂ ਦੇ ਉੱਤੇ, ਲੋਕਾਂ ਦੇ ਆਪਾਂ ਗੱਲ ਕਰਦੇ ਹਾਂ ਵੀ ਅਸੀਂ ਪਹਿਰਾ ਦੇਵਾਂਗੇ ਇਸ ਇਸ਼ੂ ਦੇ ਉੱਤੇ, ਤੇ ਅਟਮੋਸਟ ਰਿਸਪੌਂਸਿਬਿਲਿਟੀ ਬਣਦੀ ਸੀ ਕੈਪਟਨ ਗਵਰਨਮੈਂਟ ਦੀ ਵੀ ਇਸ ਚੀਜ਼ ਨੂੰ ਬੜਾ ਸਿੰਸੀਅਰਲੀ ਹੈਂਡਲ ਕਰਨਾ ਚਾਹੀਦਾ। ਲੇਕਿਨ ਸਿੱਟ ਜਿਹੜੀ ਉਹ ਸਪਲਿਟ ਕਰ ਗਈ ਹੈ ਔਰ ਇਹ ਡੈਫੀਨਿਟਲੀ ਹੋਮ ਮਿਨਿਸਟਰੀ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਅੰਡਰ ਹੈ ਔਰ ਇਹ ਉਹਨਾਂ ਦਾ ਫੇਲੀਅਰ ਹੈ ਮੇਰੇ ਹਿਸਾਬ ਨਾਲ। ਉਹਨਾਂ ਨੇ ਸਿੱਟ ਬਣਾਈ ਸੀ ਪੰਜਾਬ ਦੇ ਵਿੱਚ ਕਿ ਜ਼ਿੰਮੇਵਾਰੀ ਲਈ ਸੀ ਕਿ ਹਾਂ ਅਸੀਂ ਬੇਅਦਬੀਆਂ ਜਿਹੜੇ ਲੋਕ ਜਿਸ ਜ਼ਿੰਮੇਵਾਰ ਨੇ ਉਹਨਾਂ ਨੂੰ ਅਸੀਂ ਅੰਦਰ ਕਰਾਵਾਂਗੇ, ਪਨਿਸ਼ ਹੋਣਗੇ, ਸਜ਼ਾ ਦਵਾਵਾਂਗੇ। ਲੇਕਿਨ ਜਿਸ ਤਰ੍ਹਾਂ ਦੀ ਵਰਕਿੰਗ ਹੋਮ ਮਿਨਿਸਟਰੀ ਦੇ ਵਿੱਚ ਹੋ ਰਹੀ ਹੈ, ਮੈਨੂੰ ਲੱਗਦਾ ਅੱਜ ਦੀ ਡੇਟ 'ਚ ਸਭ ਤੋਂ ਫੇਲੀਅਰ ਜੇ ਕੋਈ ਵੱਡਾ ਡਿਪਾਰਟਮੈਂਟ ਹੈ ਉਹ ਹੋਮ ਮਿਨਿਸਟਰੀ ਹੋਈ ਹੈ। ਸਾਰੇ ਪੰਜਾਬ ਦੇ ਲੋਕ ਆਸ ਲਾ ਕੇ ਬੈਠੇ ਹੈ ਵੀ ਬੇਅਦਬੀਆਂ ਦਾ ਇਨਸਾਫ ਕਦੋਂ ਹੋਊਗਾ। 2017 ਦੇ ਵਿੱਚ ਅਸੀਂ ਰੈਲੀਆਂ ਕਰਦੇ ਹਾਂ, ਸਪੀਚਾਂ ਕਰਦੇ ਹਾਂ ਔਰ ਉਸੇ ਤੇ ਵੋਟ ਮੰਗਦੇ ਹਾਂ। 19 ਦੇ ਇਲੈਕਸ਼ਨ ਵੀ ਮਿਸ਼ਨ 13 ਚਲਾਇਆ, ਰਾਹੁਲ ਗਾਂਧੀ ਨੂੰ ਬਰਗਾੜੀ ਲੈ ਕੇ ਜਾਂਦੇ ਹਾਂ, ਇਨਸਾਫ ਦੀ ਗੱਲ ਕਰਦੇ ਹਾਂ। ਲੇਕਿਨ ਸਿੱਟ ਜਿੱਥੇ 5 ਅਫਸਰ ਨੇ ਔਰ ਮੈਨੂੰ ਲੱਗਦਾ ਸਾਰੇ ਹੀ ਆਪਸ 'ਚ ਕੋਈ ਤਾਲਮੇਲ ਨਹੀਂ ਹੈ। ਕਿਸ ਤਰ੍ਹਾਂ ਇੱਕ ਮੌਕਰੀ ਬਣਾਈ ਗਈ ਇਲੈਕਸ਼ਨ ਕਮਿਸ਼ਨ ਦੇ ਆਰਡਰ ਨੂੰ, ਜੇ ਤੁਸੀਂ ਕੁੰਵਰ ਵਿਜੇ ਪ੍ਰਤਾਪ ਨੂੰ ਬਦਲ ਦਿੱਤਾ ਸੀਗਾ ਤੇ ਫਿਰ ਉਹ 23 ਤਰੀਕ ਨੂੰ ਸਾਈਨ ਕਰ ਗਏ। ਸੋ ਮੈਨੂੰ ਲੱਗਦਾ ਫਾਲਨ ਔਨ ਇਟਸ ਫੇਸ ਹੈ ਔਰ ਅਕਾਲੀ ਦਲ ਕੋਲ ਇਨਫ ਐਮੂਨੇਸ਼ਨ ਹੈ ਔਰ ਕਾਂਗਰਸ ਗਵਰਨਮੈਂਟ ਨੂੰ ਜਿਹੜਾ ਹੈ ਵਰਕਿੰਗ ਨੂੰ ਕੁਐਸਚਨ ਕਰਨ ਲਈ। ਔਰ ਮੈਨੂੰ ਲੱਗਦਾ ਜਿਸ ਤਰ੍ਹਾਂ ਇਹ ਹੈਂਡਲ ਹੋਣੀ ਚਾਹੀਦੀ ਸੀ ਉਸ ਤਰ੍ਹਾਂ ਨਹੀਂ ਹੋਈ ਹੈ ਔਰ ਉਹ ਲੈਟਰ ਜਿਹੜੀ ਹੈ ਮਤਲਬ ਉਹ ਆਪਣੇ ਆਪ 'ਚ ਸਵਾਲ ਜਿਹੜਾ ਉਹ ਬਿਲਕੁਲ ਖੜੇ ਕਰਦੀ ਹੈ ਵੀ ਕਿੰਨੀ ਲੈਕ ਆਫ ਕੋਆਰਡੀਨੇਸ਼ਨ ਹੈ ਇੱਕ ਸਿੱਟ ਦੇ ਵਿੱਚ। ਐਂਡ ਆਫ ਦ ਡੇ ਪੰਜਾਬ ਦੇ ਲੋਕ ਆਸ ਕੀ ਕਰਦੇ ਨੇ, ਪੰਜਾਬ ਦੇ ਲੋਕ ਆਸ ਕਰਦੇ ਨੇ ਵੀ ਜਿਨ੍ਹਾਂ ਨੇ ਵੀ ਉਹ ਸੈਂਟੀਮੈਂਟਸ ਹਰਟ ਕੀਤੇ, ਜਿਹੜੇ ਵੀ ਲੀਡਰ ਉਹਦੇ ਮਗਰ ਸੀ, ਜਿਹੜੇ ਵੀ ਪੁਲਿਸ ਅਫਸਰ ਮਗਰ ਸੀ, ਕਿਸੇ ਨੇ ਨਜਾਇਜ਼ ਨਾ ਕੋਈ ਚੀਜ਼ ਪਾਈ ਜਾਵੇ, ਲੇਕਿਨ ਸੋਲੀ ਜਿਹੜੇ ਰਿਸਪੌਂਸਿਬਲ ਸੀ ਦੇ ਸ਼ੁੱਡ ਬੀ ਪਨਿਸ਼ਡ। ਪਰ ਜਿਸ ਹਿਸਾਬ ਨਾਲ ਇਨਵੈਸਟੀਗੇਸ਼ਨ ਹੋ ਰਹੀ ਹੈ, ਮੈਨੂੰ ਲੱਗਦਾ ਇੰਨੇ ਜ਼ਿਆਦਾ ਗੈਪਸ ਔਰ ਲੂਪਸ ਨੇ ਉਹਦੇ ਵਿੱਚ ਕਿ ਅਕਾਲੀ ਦਲ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੋਰ ਓਫੈਂਸਿਵ ਹੋਏਗਾ ਔਰ ਡੈਫੀਨਿਟਲੀ ਹੋਣਾ ਵੀ ਬਣਦਾ ਹੈ ਕਿਉਂਕਿ ਜੇ 23 ਤਰੀਕ ਨੂੰ ਸਾਈਨ ਹੋਇਆ, ਜੇ ਇੱਕ ADG ਰੈਂਕ ਆਪਣੇ IG ਦੇ ਉੱਤੇ ਯਕੀਨ ਨਹੀਂ ਕਰ ਰਹੇ, ਚਿੱਠੀਆਂ ਲਿਖ ਰਹੇ ਨੇ, ਤੇ ਗਵਰਨਮੈਂਟ ਮੈਨੂੰ ਲੱਗਦਾ ਹੋਮ ਮਿਨਿਸਟਰੀ ਔਰ ਵੱਡੀ ਗੱਲ ਇਹ ਹੈ ਵੀ ਇੰਨਾ ਕੁਝ ਹੋ ਰਿਹਾ ਔਰ ਹੋਮ ਮਿਨਿਸਟਰੀ ਜਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਸੇ ਵੇਲੇ ਰਿਐਕਟ ਕੀਤੇ ਸੀ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਤੇ, ਹੁਣ ਤੱਕ ਰਿਐਕਟ ਨਹੀਂ ਕਰ ਰਹੇ, ਨਾ ਹੀ ਡਿਨਾਈ ਕਰ ਰਹੇ ਹੈ ਵੀ ਇੱਦਾਂ ਦੀ ਕੋਈ ਚਿੱਠੀ ਹੈਗੀ ਹੈ।
ਸੋ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਅਕਾਲੀ ਦਲ ਸ਼ੁਰੂ ਤੋਂ ਡਿਫੈਂਸ ਦੇ ਤੌਰ ਤੇ ਚੱਲ ਰਿਹਾ ਸੀ ਕਿ ਕਾਂਗਰਸ ਸਿਰਫ ਆਪਣਾ ਪੋਲੀਟੀਕਲ ਸਕੋਰ ਸੈਟਲ ਕਰਨ ਲਈ ਇਹ ਮੁੱਦਾ ਉਛਾਲ ਰਹੀ ਹੈ, ਤੁਹਾਨੂੰ ਲੱਗਦਾ ਕਿ ਉਹ ਅਕਾਲੀ ਦਲ ਦੀ ਗੱਲ ਸਹੀ ਹੈ, ਜਿਹੜੀ ਸਰਕਾਰ ਹੈ ਉਹਦੀ ਇੰਟੈਂਸ਼ਨ ਨਹੀਂ ਸੀ ਕਿ ਕੇਸਿਸ ਸੋਲਵ ਕਰ ਦੇ, ਇਸ ਕਰਕੇ ਇਸ ਤਰ੍ਹਾਂ ਦੇ ਇਸ਼ੂ ਕ੍ਰੀਏਟ ਹੋ ਰਹੇ ਆ, ਇੰਨੇ ਗਲਤ ਟਰਨਸ ਆ ਰਹੇ ਆ ਇਸ ਦੇ ਵਿੱਚ? ਦੇਖੋ, ਸ਼੍ਰੋਮਣੀ ਅਕਾਲੀ ਦਲ ਪੋਲੀਟੀਕਲੀ ਤਾਂ ਹਮੇਸ਼ਾ ਹੀ ਉਹਨਾਂ ਨੂੰ ਅਪੋਜ਼ ਕਰੇਗਾ, ਕਾਂਗਰਸ ਕਲਾਸ ਨੂੰ ਜਾਂ ਕਾਂਗਰਸ ਦੀ ਗਵਰਨਮੈਂਟ ਨੂੰ ਅਪੋਜ਼ ਕਰੇਗਾ, ਲੇਕਿਨ ਵੱਡੀ ਗੱਲ ਇਹ ਨਹੀਂ ਹੈ ਵੀ ਕਾਂਗਰਸ ਦਾ ਇੰਟੈਂਸ਼ਨ ਕੀ ਹੈ, ਬਟ ਜਿਸ ਤਰ੍ਹਾਂ ਉਹ ਕਰ ਰਹੇ ਨੇ ਉਹ ਇੰਟੈਂਸ਼ਨ ਤੇ ਅਲੱਗ ਗੱਲ ਹੈ, ਉਹ ਪ੍ਰੈਕਟੀਕੈਲਿਟੀ ਦੇ ਵਿੱਚ ਵੀ ਐਕਸਪੋਜ਼ ਹੋ ਰਹੇ ਨੇ, ਕਿਸ ਤਰ੍ਹਾਂ ਵਰਕ ਕਰ ਰਹੀ ਹੈ ਸਰਕਾਰ, ਕਿਸ ਤਰ੍ਹਾਂ ਹੋਮ ਮਿਨਿਸਟਰੀ ਕੰਮ ਕਰ ਰਹੀ ਹੈ, ਸਿੱਟ ਦੇ ਵਿੱਚ ਜਿਹੜੇ ਅਫਸਰ ਲੱਗੇ ਹੋਏ ਕਿਸ ਤਰ੍ਹਾਂ ਕੰਮ ਕਰ ਰਹੇ ਹੈ। ਜੇ ਕੁੰਵਰ ਵਿਜੇ ਪ੍ਰਤਾਪ ਆਈਜੀ ਜਿਹੜੇ ਸਿੱਟ ਨੂੰ ਲੱਗਦਾ ਵੀ ਠੀਕ ਕੰਮ ਨਹੀਂ ਕਰ ਰਹੇ, ਤੇ ਉਹ ਵੀ ਇੱਕ ਚਿੱਠੀ ਲਿਖ ਕੇ ਉਹਨਾਂ ਨੇ ਐਕਸਪੋਜ਼ ਕਰਤਾ ਕਿ ਹਾਂ ਅਸੀਂ ਇਹਨਾਂ ਦੇ ਨਾਲ ਨਹੀਂ ਹੈ, ਇਹਦੇ ਚਾਰਜ ਸ਼ੀਟ ਦੇ ਕੋਈ ਵੀ ਕੌਨਸੀਕੁਐਂਸਿਸ ਹੁੰਦੇ ਆ, ਜੇ ਐਕਸੈਪਟ ਹੁੰਦੀ ਹੈ, ਰਿਜੈਕਟ ਹੁੰਦੀ ਹੈ, ਇਹ 'ਚ ਪਨਿਸ਼ਮ ਹੁੰਦੇ ਆ ਅਕਿਊਜ਼ਡ ਜਾਂ ਫਿਰ ਇਹਦੇ 'ਚ ਰਿਲੀਜ਼ ਹੁੰਦੇ ਆ, ਉਹ ਸੋਲ ਰਿਸਪੌਂਸਿਬਿਲਿਟੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੋਏਗੀ। ਸੋ ਅਕਾਲੀ ਦਲ ਪੋਲੀਟੀਕਲੀ ਆਪਣਾ ਕੰਮ ਐਜ਼ ਅ ਆਪੋਜੀਸ਼ਨ ਕਰ ਰਿਹਾ ਸੀ, ਪਰ ਮੈਨੂੰ ਲੱਗਦਾ ਉਹ ਜਿਹੜੀ ਇਹ ਸਿੱਟ ਨੇ ਜਿਸ ਤਰ੍ਹਾਂ ਦਾ ਮਿਸਮੈਚ ਹੋਇਆ ਔਰ ਜਿਸ ਤਰ੍ਹਾਂ ਇਹ ਕੰਮ ਚੱਲ ਰਿਹਾ ਇਸ ਵੇਲੇ ਇਸ ਪੂਰੇ ਕੇਸ ਨੂੰ ਲੈ ਕੇ, ਤੇ ਅਕਾਲੀ ਦਲ ਦਾ ਪੁਆਇੰਟ ਆਫ ਵਿਊ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਠੀਕ ਹੈ, ਕਿਉਂਕਿ ਜੋ ਪਤਾ ਲੱਗਾ ਸੋਰਸਿਸ ਤੋਂ ਕਿ ਚਿੱਠੀ ਦੇ ਵਿੱਚ ਇਹ ਵੀ ਹੈ ਕਿ ਇਹ ਜ਼ਿਆਦਾ ਪੋਲੀਟੀਕਲੀ ਡਰਿਵਨ ਕੰਮ ਚੱਲ ਰਿਹਾ। ਸੋ ਇਹ ਕਹਿ ਰਹੇ ਕਿ ਪੋਲੀਟੀਕਲੀ ਡਰਿਵਨ ਚੱਲ ਰਿਹਾ ਔਰ ਅਕਾਲੀ ਦਲ ਨੂੰ ਸਹੀ ਕਹਿ ਰਹੇ ਹੈ, ਔਰ ਦੂਸਰੇ ਪਾਸੇ ਚਾਰਜ ਸ਼ੀਟ ਹੈ ਜਿਹੜੀ ਉਹ ਅਕਾਲੀ ਦਲ ਨੂੰ ਅਕਿਊਜ਼ ਕਰ ਰਹੀ ਹੈ, ਬੇਅਦਬੀਆਂ ਦੇ ਮਾਮਲੇ ਅਕਾਲੀ ਦਲ ਦੀ ਸਰਕਾਰ ਵਿੱਚ ਹੋਏ ਔਰ ਐਕਸ਼ਨ ਵੀ ਨਹੀਂ ਲਿਆ ਗਿਆ, ਇਹ ਬਿਲਕੁਲ ਸਪਸ਼ਟ ਹੈ, ਬੜਾ ਕਲੀਅਰਲੀ ਕ੍ਰਿਸਟਲ ਕਲੀਅਰ ਵਿਜ਼ੀਬਲ ਹੈ ਇਹ। ਤੁਹਾਨੂੰ ਲੱਗਦਾ ਹੈ ਵਾਕਈ ਅਕਾਲੀ ਦਲ ਸਹੀ ਹੈ ਇਸ ਮੁੱਦੇ ਉੱਤੇ? ਦੇਖੋ, ਉਦੋਂ ਐਕਸ਼ਨ ਹੋਇਆ ਨਹੀਂ ਹੋਇਆ, ਇਸ ਗੱਲ ਨੂੰ ਜਨਤਾ ਦੇ ਸਾਹਮਣੇ ਬਰੀਕੀ ਨਾਲ ਰੱਖਣਾ ਕੈਪਟਨ ਸਰਕਾਰ ਦਾ ਕੰਮ ਸੀ, ਉਹਨਾਂ ਦੇ ਅਫਸਰਾਂ ਦਾ ਕੰਮ ਸੀ। ਸਵਾਲ ਇਹ ਹੈ ਕਿ ਜਿਸ ਤਰ੍ਹਾਂ ਤੁਹਾਡੀ SIT ਨੇ ਜਾਂਚ ਕੀਤੀ ਔਰ ਜਿਸ ਤਰ੍ਹਾਂ ਤੁਸੀਂ ਉਂਗਲ ਚੱਕੀ, ਉਸ ਤੋਂ ਬਾਅਦ ਇੱਕ ਉਂਗਲ ਤੁਹਾਡੇ ਵੱਲ ਵੀ ਹੋ ਗਈ ਕਿ ਇਹ ਸਭ ਕੀ ਹੋ ਰਿਹਾ ਹੈ। ਸੋ ਮੈਂ ਤਾਂ ਇੰਨੀ ਨਾਰਮਲ ਕੇਸਿਸ 'ਚ ਵੀ SIT ਨੂੰ ਇਸ ਤਰ੍ਹਾਂ ਜਾਂਚ ਕਰਦੇ ਨਹੀਂ ਦੇਖਿਆ, ਜਾਂ SIT ਦੀ ਇੰਨੀ ਭੱਦ ਪਿੱਟਦੀ ਨਹੀਂ ਦੇਖੀ ਮੈਂ, ਇੰਨੇ ਲੜਦੇ ਝਗੜਦੇ ਨਹੀਂ ਦੇਖੇ ਅਫਸਰ, ਜਿੰਨੇ ਕਿ ਇੰਨੇ ਸੀਰੀਅਸ ਕੇਸ 'ਚ ਹੋ ਰਹੇ, ਜਿਸ ਤੇ ਚੋਣ ਲੜੀ ਜਾ ਰਹੀ ਹੋਵੇ ਉਸ ਕੇਸ 'ਚ ਹੋ ਰਿਹਾ, ਜਿਹੜਾ ਲੋਕਾਂ ਦੀ ਭਾਵਨਾਵਾਂ ਦੇ, ਲੋਕਾਂ ਦੇ ਦਿਲ ਦੇ ਅੰਦਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਹਿਲੂ ਹੋਵੇ, ਉਸ ਪਹਿਲੂ ਦੀ ਇੰਨੀ ਲਾਪਰਵਾਹੀ ਨਾਲ ਔਰ ਸੈਲਫ ਸਟਾਈਲਡ ਤਰੀਕੇ ਨਾਲ ਜਾਂਚ ਹੋਏਗੀ, ਇਹ ਠੀਕ ਨਹੀਂ ਹੈ। ਇਹਦੇ 'ਚ ਕੀ ਹੋ ਰਿਹਾ? ਇਹਦੇ 'ਚ ਜਿਹੜੇ ਇਨਸਾਫ ਵਾਲੇ ਆ ਉਹਨਾਂ ਦੀ ਆਸ ਟੁੱਟ ਰਹੀ ਹੈ। ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਇਹ ਸਿਰਫ ਪੋਲੀਟੀਕਲ ਫਾਇਦੇ ਲੈਣ ਲਈ ਪਾਰਟੀਆਂ ਇਸ ਤਰ੍ਹਾਂ ਕਰਦੀਆਂ ਹੈ, ਕਿਸੇ ਨੇ ਵੋਟ ਲੈਣ ਲਈ ਇਸ ਤਰ੍ਹਾਂ ਕੀਤਾ ਤੇ ਦੂਜੇ ਨੇ ਸਾਨੂੰ ਗੁੰਮਰਾਹ ਕਰਤਾ ਵੋਟ ਲੈਣ ਲਈ, ਲੇਕਿਨ ਹੋਇਆ ਕੁਝ ਨਹੀਂ। ਵੱਡਾ ਸਵਾਲ ਇਹ ਹੈ ਕਿ ਆਲਮੋਸਟ 48 ਘੰਟੇ ਹੋ ਚੁੱਕੇ ਇਹ ਪੂਰੇ SIT ਦੇ ਖਲਾਰੇ ਨੂੰ ਪਏ ਨੂੰ, ਸਰਕਾਰ ਕਿਉਂ ਅੱਗੇ ਨਹੀਂ ਆਉਂਦੀ? ਸਰਕਾਰ ਨੂੰ ਅੱਗੇ ਆ ਕੇ ਪੁੱਛਣਾ ਚਾਹੀਦਾ ਅਫਸਰਾਂ ਨੂੰ, ਉਹਨਾਂ ਅਫਸਰਾਂ ਨੂੰ ਟਾਈਟ ਕਰ ਦੇਣਾ ਚਾਹੀਦਾ ਹੈ ਕਿ ਲੋਕਾਂ ਦੀ ਭਾਵਨਾਵਾਂ ਨਾਲ ਸਿਰਫ ਉਹਨਾਂ ਨੇ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੇ ਹੀ ਖਿਲਵਾੜ ਨਹੀਂ ਕੀਤਾ, ਤੁਸੀਂ ਵੀ ਕੀਤਾ। ਤੁਹਾਡੀ ਜ਼ਿੰਮੇਵਾਰੀ ਇਨਸਾਫ ਦੇਣ ਦੀ ਬਣਦੀ ਸੀ। ਇਹ ਥੋੜਾ ਹੁੰਦਾ ਕਿ SIT ਬਣਾਤੀ, SIT ਜੋ ਮਰਜ਼ੀ ਕਰਦੀ ਰਹੇ। ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦਾ ਕੋਈ? ਅਸੀਂ ਵੋਟ ਦਿੰਦੇ ਹਾਂ, ਸਰਕਾਰ ਚੁਣਦੇ ਹਾਂ, ਸਰਕਾਰ ਸਾਡੇ ਨਾਲ ਵਾਅਦੇ ਕਰਦੀ ਹੈ, ਸਰਕਾਰ ਕਿੱਦਾਂ ਭੱਜ ਸਕਦੀ ਹੈ? ਸਰਕਾਰ ਨੂੰ ਆਪਣੇ ਅਫਸਰਾਂ ਤੋਂ ਇਹ ਜਵਾਬ ਤਲਬੀ ਕਰਨੀ ਚਾਹੀਦੀ ਹੈ, ਹੈਡਸ ਰੋਲ ਕਰਨੇ ਚਾਹੀਦੇ ਹੈ ਵੀ ਤੁਹਾਨੂੰ 6 ਜਾਂ 7 ਅਫਸਰਾਂ ਨੂੰ ਆਹ ਇੰਪੋਰਟੈਂਟ ਜ਼ਿੰਮੇਵਾਰੀ ਦਿੱਤੀ ਗਈ ਸੀ, ਤੁਸੀਂ ਲੋਕਾਂ ਨੂੰ ਇਨਸਾਫ ਕੀ ਦੇਣਾ ਸੀ, ਤੁਸੀਂ ਸਾਡੇ ਵਾਅਦੇ ਤੇ ਠੋਕ ਕੇ ਪਹਿਰਾ ਤਾਂ ਕੀ ਦੇਣਾ ਸੀ, ਤੁਸੀਂ ਤਾਂ ਆਪਸ 'ਚ ਹੀ ਖਿਲਾਰੇ ਪਾਉਣ ਲੱਗ ਗਏ, ਕਿਉਂਕਿ ਇਹਦਾ ਫਾਇਦਾ ਮੁਲਜ਼ਮਾਂ ਨੂੰ ਮਿਲ ਰਿਹਾ ਹੈ। ਮੈਂ ਇੰਨੀ ਹਾਸੋਹੀਣੀ ਔਰ ਮੈਂ ਇੰਨੀ ਕੰਟਰੋਵਰਸ਼ੀਅਲ ਜਾਂਚ ਨਹੀਂ ਦੇਖੀ ਕਿਸੇ ਨਾਰਮਲ ਕੇਸ ਦੀ, ਔਰ ਇਸ ਕੇਸ 'ਚ ਤਾਂ ਇਹਤਿਆਤਨ ਪਹਿਲੇ ਸਟੈਪ ਤੋਂ ਇੰਨੇ ਕੁ ਸਬੂਤ ਇਕੱਠੇ ਕਰ ਦੇਣੇ ਚਾਹੀਦੇ ਸੀ ਕਿ ਕੋਈ ਵੀ ਆਦਮੀ ਜਿਹਨੇ ਗਲਤ ਕੰਮ ਕੀਤਾ ਹੋਵੇ ਉਹ ਬਚਣਾ ਹੀ ਨਹੀਂ ਚਾਹੀਦਾ। ਸਵਾਲ ਇਹ ਹੈ ਕਿ ਇਹਦੇ 'ਚ ਤਾਂ ਇੰਨੇ ਕੁ ਲੂਪ ਹੋਲਸ ਰੱਖੇ ਜਾ ਰਹੇ ਹੈ ਕਿ ਮੁਲਜ਼ਮ ਬਚਣ ਲਈ ਰੋਜ਼ ਕੋਈ ਨਾ ਕੋਈ ਚੀਜ਼ ਕਿਤੇ ਨਾ ਕਿਤੇ ਕੋਰਟ ਦਾ ਰਸਤਾ ਲੱਭਣਗੇ। ਮੈਂ ਤੁਹਾਨੂੰ ਅੱਜ ਦੱਸ ਰਿਹਾ, ਤੁਸੀਂ ਇੱਕ ਹਫ਼ਤਾ ਨਿਕਲਣ ਦਿਓ, ਅਕਾਲੀ ਦਲ ਇਸ ਗੱਲ ਨੂੰ ਲੈ ਕੇ ਚੋਣ ਕਮਿਸ਼ਨ 'ਚ ਵੀ ਚਲਾ ਜਾਏਗਾ ਕਿ ਦੇਖੋ ਜੀ ਤੁਹਾਡਾ ਆਰਡਰ ਸੀਗਾ ਉਹ ਇੰਪਲੀਮੈਂਟ ਨਹੀਂ ਹੋਇਆ, ਇਹ ਅਫਸਰ ਮੀਟਿੰਗਾਂ ਵੀ ਅਟੈਂਡ ਕਰਦਾ ਸੀ, ਇਹ ਅਫਸਰ ਨੇ ਚਾਰਜ ਸ਼ੀਟ ਵੀ ਸਾਈਨ ਕੀਤੀ ਹੈ, ਕਾਰਵਾਈ ਕਰੋ। ਦੂਜਾ, ਜੇ ਅਮਰਿੰਦਰ ਸਿੰਘ ਇਹ ਚਿੱਠੀ ਲਿਖ ਰਹੇ ਹੈ ਕਿ ਬਈ ਤੁਸੀਂ ਸਾਡਾ ਅਫਸਰ ਕਿਉਂ ਬਦਲ ਰਹੇ ਹੋ, ਤੁਸੀਂ ਦਬਾਅ ਥੱਲੇ ਬਦਲ ਰਹੇ ਹੋ, ਅਸੀਂ ਨਹੀਂ ਬਦਲਾਂਗੇ, ਅਸੀਂ ਦੁਬਾਰਾ ਲਗਾਵਾਂਗੇ, ਉਸ ਚਿੱਠੀ ਦਾ ਕੀ ਮਤਲਬ ਰਹਿ ਜਾਂਦਾ ਹੈ? ਮੈਨੂੰ ਇਹ ਲੱਗਦਾ ਹੈ ਕਿ ਗਵਰਨਮੈਂਟ ਐਜ਼ ਵੈਲ ਐਜ਼ ਜੋ ਚੋਣ ਕਮਿਸ਼ਨ ਦਾ ਆਰਡਰ ਸੀ, ਉਹ ਦੋਨੋਂ ਹੀ ਚੀਜ਼ਾਂ ਨੂੰ ਲੈ ਕੇ ਇੱਕ ਵੱਡੀ ਲਾਪਰਵਾਹੀ ਹੈ। ਇਸ ਗੂਫ ਅਪ ਨੂੰ ਕਿਵੇਂ ਕਵਰ ਕਰਨਗੇ ਹੁਣ ਮੈਨੂੰ ਨਹੀਂ ਸਮਝ ਆ ਰਹੀ। ਲੇਕਿਨ ਕੋਈ ਵੀ ਨਾਰਮਲ ਅਫਸਰ ਹੁੰਦਾ ਹੈ ਨਾ, ਨਾਰਮਲ ਅਫਸਰ, ਉਹ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਦਾ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇਹਨਾਂ ਚੀਜ਼ਾਂ ਦਾ ਧਿਆਨ ਸਾਈਨ ਕਰਦੇ ਹੋਏ ਕਿਉਂ ਨਹੀਂ ਰੱਖਿਆ ਗਿਆ ਕਿ ਕਦੋਂ ਦੁਬਾਰਾ ਪੋਸਟਿੰਗ ਮਿਲ ਰਹੀ ਹੈ, ਕਦੋਂ ਆਰਡਰ ਸਾਈਨ ਹੋ ਰਿਹਾ, ਕਦੋਂ ਚਾਰਜ ਸ਼ੀਟ ਹੋ ਰਹੀ ਹੈ। ਕਈ ਵਾਰੀ ਤਾਂ ਦਿਲ 'ਚ ਇੱਕ ਗੱਲ ਵੀ ਆਉਂਦੀ ਹੈ ਕਿ ਯਾਰ ਮੁਲਜ਼ਮਾਂ ਨੂੰ ਫਾਇਦਾ ਦੇਣ ਕਰਕੇ ਇਤਨੀ ਇਹ ਸਭ ਕੁਝ ਹੋ ਰਿਹਾ, ਲੇਕਿਨ ਇੱਕ ਜਰਨਲਿਸਟ ਦੇ ਨਾਤੇ ਮੈਂ ਇਹ ਨਹੀਂ ਕਹਿ ਸਕਦਾ। ਮੈਨੂੰ ਇਹ ਲੱਗਦਾ ਹੈ ਕਿ ਜਿੰਨਾ ਸਟਰੋਂਗ ਇਸ ਕੇਸ ਨੂੰ ਕੋਰਟ 'ਚ ਜਾਣਾ ਚਾਹੀਦਾ ਸੀ, ਕੈਪਟਨ ਸਾਹਿਬ ਵੀ ਕਹਿੰਦੇ ਕਿ ਅਸੀਂ ਕੋਰਟ 'ਚ ਰੱਖਾਂਗੇ, ਮੈਨੂੰ ਲੱਗਦਾ ਇਹਦੇ 'ਚ ਇੰਨੇ ਲੂਪ ਹੋਲਸ ਹੈਗੇ ਹੈ ਕਿ ਇਹ ਜਗ੍ਹਾ ਜਗ੍ਹਾ ਕੁਐਸਚਨ ਹੋਏਗਾ
ਔਰ ਉਹਦੇ ਤੇ ਇਹ ਜਿਹੜੀ ਅਫਸਰਾਂ ਦੀ ਚਿੱਠੀ ਹੈ ਕਿ ਅਸੀਂ ਆਈਜੀ ਦੀ ਇਹਦੇ ਨਾਲ ਜਾਂਚ ਨਹੀਂ ਰੱਖਦੇ, ਹੁਣ ਤੱਕ ਸਰਕਾਰ ਸਾਹਮਣੇ ਕਿਉਂ ਨਹੀਂ ਆ ਰਹੀ? ਸਰਕਾਰ ਨੂੰ ਆਉਣਾ ਚਾਹੀਦਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੀ ਹੈ ਨਹੀਂ। ਆਖਿਰਕਾਰ ਕਿਉਂ ਇਸ ਚੀਜ਼ ਨੂੰ ਲਗਾਤਾਰ ਮੀਡੀਆ ਦੇ ਆਉਣ ਤੇ ਬਾਵਜੂਦ ਗਵਰਨਮੈਂਟ ਸਾਇਲੈਂਟ ਹੈ, ਡੀਜੀਪੀ ਆਫਿਸ ਸਾਇਲੈਂਟ ਹੈ? ਉਹਨਾਂ ਅਫਸਰਾਂ ਨੂੰ ਕਿਉਂ ਨਹੀਂ ਪੁੱਛਿਆ ਜਾ ਰਿਹਾ ਕਿ ਆਖਿਰਕਾਰ ਤੁਸੀਂ ਕੀ ਇਤਫਾਕ ਨਹੀਂ ਰੱਖਦੇ ਸੀ? ਉਸ ਅਫਸਰ ਨੂੰ ਕਿਉਂ ਨਹੀਂ ਪੁੱਛਿਆ ਜਾ ਰਿਹਾ ਕਿ ਤੇਰੇ ਜਿਹੜੇ ਬਾਕੀ ਅਫਸਰ ਹੈ ਇਹਨਾਂ ਦੀ ਕੰਸੈਂਟ ਕਿਉਂ ਨਹੀਂ ਲਈ ਗਈ ਚਾਰਜ ਸ਼ੀਟ ਬਣਾਉਂਦੇ ਹੋਏ? ਜਦ ਐਸਆਈਟੀ ਬਣਾਈ ਸੀ ਤਾਂ ਐਸਆਈਟੀ 'ਚ ਕੋਈ ਇੱਕ ਹੀ ਅਫਸਰ ਥੋੜਾ ਹੁੰਦਾ, ਬਾਕੀ 2 ਆਈਜੀ ਸੀਗੇ, ਇੱਕ ਏਡੀਜੀਪੀ ਸੀਗਾ, 2 ਐਸਐਸਪੀ ਸੀਗੇ। ਬਈ ਇਹਨਾਂ ਨੂੰ ਵੀ ਪੁੱਛੋ ਆਖਿਰਕਾਰ ਇਹ ਕਿਉਂ ਇਸ ਗੱਲ ਦਾ ਇਤਰਾਜ਼ ਹੈ? ਸੋ ਮੈਨੂੰ ਲੱਗਦਾ ਹੈ ਕਿ ਇਹ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਹੈ। ਜਿਨ੍ਹਾਂ ਲੋਕਾਂ ਨੂੰ ਆਸ ਸੀ, ਉਮੀਦ ਸੀ, ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਲੋਕਾਂ ਨੂੰ ਇੱਕ ਵਾਰੀ ਫੇਰ ਇਹ ਲੱਗੇਗਾ ਕਿ ਇਹ ਪੋਲੀਟੀਕਲ ਲੋਕ ਹੈ, ਇਹਨਾਂ ਨੂੰ ਸਰਕਾਰਾਂ ਹੋਣ ਚਾਹੇ ਓਪੋਜੀਸ਼ਨ ਵਾਲੇ ਹੋਣ, ਇਹਨਾਂ ਨੂੰ ਸਾਡੇ ਵੋਟ ਤੋਂ ਇਲਾਵਾ ਕੋਈ ਮਤਲਬ ਨਹੀਂ ਹੈ। ਪਟਿਆਲ ਜੀ, ਵੋਟ ਵਾਲੀ ਗੱਲ ਹੈ, ਵੋਟ ਵਾਲੀ ਗੱਲ ਮੈਂ ਤੁਹਾਨੂੰ ਇੱਕ ਵਾਰੀ ਪਿੱਛੇ ਵੀ ਲੈ ਜਾਂਦਾ। ਜੋ ਡਰੱਗਸ ਦੇ ਮੁੱਦੇ ਤੇ ਵੀ ਕਾਂਗਰਸ ਦੀ ਜਿਹੜੀ ਪਾਰਟੀ ਹੈ ਇਹਨੇ ਵੋਟ ਫੈਚ ਕੀਤੀ ਸੀ ਸਾਰੇ ਪੰਜਾਬ ਤੋਂ, ਲੇਕਿਨ ਜਿਹੜਾ ਉਹ ਬਿਆਨ ਸੀਗਾ ਵੱਡੀਆਂ ਮੱਛੀਆਂ ਨੂੰ ਫੜ ਕੇ ਅੰਦਰ ਦੇ ਦਾਂਗੇ, ਅੱਜ ਤੱਕ ਉਹ ਸਬ ਜੁਡੀਅਸ ਮੈਟਰ ਬਣ ਕੇ ਰਹਿ ਚੁੱਕਿਆ। ਉਹਦੀ ਵੀ ਹੈਡਲਾਈਨ ਬਦਲ ਚੁੱਕੀ ਹੈ। ਮੁੱਦਾ ਨਸ਼ੇ ਦਾ ਸੀ, ਲੇਕਿਨ ਅੱਜ ਡੀਜੀਪੀਆਂ ਦੀ ਲੜਾਈ ਕੋਰਟ 'ਚ ਚੱਲਦੀ ਹੈ ਔਰ ਅਸੀਂ ਵੀ ਬੀਇੰਗ ਅ ਜਰਨਲਿਸਟ ਇਹੀ ਕਵਰ ਕਰਨ ਜਾਂਦੇ ਹਾਂ। ਔਰ ਜਿਹੜਾ ਨਸ਼ੇ ਦਾ ਮੁੱਦਾ ਸੀ, ਵੱਡੀ ਰਿਪੋਰਟ ਪੇਸ਼ ਕੀਤੀ ਗਈ ਸੀ ਐਸਟੀਐਫ ਦੇ ਚੀਫ ਵੱਲੋਂ, ਹਰਪ੍ਰੀਤ ਸਿੱਧੂ ਵੱਲੋਂ, ਉਹ ਰਿਪੋਰਟ ਕਿਤੇ ਨਾ ਕਿਤੇ ਢੱਕੀ ਗਈ, ਸਰਕਾਰ ਵੀ ਢਿੱਲੀ ਹੋ ਗਈ ਉਸ ਤੇ। ਸੋ ਕਿਤੇ ਬੇਅਦਬੀਆਂ ਦਾ ਮਾਮਲਾ ਵੀ ਇਦਾਂ ਹੀ ਸਬ ਜੁਡੀਅਸ ਮੈਟਰ ਬਣ ਕੇ ਰਹਿ ਜਾਏਗਾ, ਕਿਉਂਕਿ ਸਰਕਾਰ ਨੇ ਕੋਈ ਵੀ ਕੋਸ਼ਿਸ਼ ਨਹੀਂ ਛੱਡੀ ਕਿ ਅਕਾਲੀ ਦਲ ਨੂੰ ਮੌਕਾ ਨਾ ਦਿੱਤਾ ਜਾਵੇ ਇਸ ਨੂੰ ਚੈਲੰਜ ਕਰਨ ਦਾ। ਦੇਖੋ, ਲੋਕ ਸਭ ਜਾਣਦੇ ਆ, ਅਸੀਂ ਹੁਣੀ ਇਲੈਕਸ਼ਨਾਂ 'ਚ ਪ੍ਰੋਗਰਾਮ ਕਰਨ ਗਏ ਸੀ, ਸਭ ਜਗ੍ਹਾ ਕਹਿੰਦੇ ਸਭ ਰਲੇ ਹੋਏ ਆ, ਉਹ ਲੋਕ ਐਵੇਂ ਨਹੀਂ ਕਹਿੰਦੇ। ਸੋ ਸਵਾਲ ਇਹ ਹੈ ਕਿ ਕਿਆ ਤੁਹਾਡੀ ਨੀਅਤ ਕਲੀਅਰ ਹੈ? ਜੋ ਕੰਮ ਤੁਸੀਂ ਕਰ ਰਹੇ ਹੋ ਉਹ ਕਲੀਅਰਲੀ ਕਰ ਰਹੇ ਹੋ? ਅਗਰ ਉਹ ਕਰ ਰਹੇ ਹੋ ਤੁਸੀਂ ਕਲੀਅਰਲੀ, ਤਾਂ ਉਹਦੇ ਰਿਜ਼ਲਟਸ ਕਿਉਂ ਨਹੀਂ ਆ ਰਹੇ? ਅਗਰ ਰਿਜ਼ਲਟਸ ਆ ਰਹੇ ਹੈ ਤਾਂ ਫਿਰ ਇਹ ਰੌਲੇ ਕਿਉਂ ਪੈ ਰਹੇ ਹੈ? ਇਹ ਸਭ ਉਹ ਚੀਜ਼ਾਂ ਹੈ, ਉਹ ਪੁਆਇੰਟ ਆਊਟ ਕਰਦੇ ਆ ਜਿਹੜੇ ਤੁਹਾਡੀ ਕੌਨਸ਼ੀਅਸ ਕੀ ਹੈ, ਇਹਨੂੰ ਚੈਲੰਜ ਕਰਦੇ ਆ। ਸੋ ਹੁਣ ਪੋਲੀਟੀਸ਼ੀਅਨਾਂ ਦੀ ਕੌਨਸ਼ੀਅਸ ਚੈਲੰਜ ਹੋ ਰਹੀ ਹੈ, ਗਵਰਨਮੈਂਟ ਦੀ ਕੌਨਸ਼ੀਅਸ ਚੈਲੰਜ ਹੋ ਰਹੀ ਹੈ। ਅਫਸਰਾਂ ਦੇ ਲੜਨ ਦਾ ਕੀ ਤੁਕ ਬਣਦਾ ਹੈ ਜੀ? ਕਦੀ ਜਦੋਂ ਐਸਆਈਟੀ ਦੀ ਜਾਂਚ ਹੁੰਦੀ ਹੈ ਤਾਂ ਇਹ ਅਫਸਰ ਲੜ ਪੈਂਦੇ ਆ ਆਪਸ 'ਚ। ਜਦੋਂ ਐਸਟੀਐਫ ਦੀ ਜਾਂਚ ਹੋਈ ਸੀਗੀ ਉਦੋਂ 2 ਡੀਜੀਪੀ ਲੜ ਪਏ ਸੀਗੇ। ਜਿਹੜੇ ਡੀਜੀਪੀਜ਼ ਤੇ ਸਵਾਲ ਉੱਠਦੇ ਆ, ਗਵਰਨਮੈਂਟ ਉਹਨਾਂ ਡੀਜੀਪੀਜ਼ ਨੂੰ ਚੰਗੀਆਂ ਪੋਸਟਿੰਗਾਂ ਦਿੰਦੀ ਹੈ। ਸੋ ਇਹ ਰਾਮ ਰੌਲਾ ਚੱਲ ਕੀ ਰਿਹਾ ਹੈ? ਆਖਿਰਕਾਰ ਕਿਤੇ ਤਾਂ ਐਡਮਿਨਿਸਟ੍ਰੇਸ਼ਨ ਕਮਜ਼ੋਰ ਹੈ, ਜਿਹੜਾ ਅਫਸਰ ਆਪਣੀ ਸਟਾਈਲ ਨਾਲ ਚਲਾਈ ਜਾਂਦੇ ਆ। ਮੈਂ ਹੈਰਾਨ ਆ, ਇੱਕ ਐਸਆਈਟੀ ਜਾਂਚ ਹੋ ਰਹੀ ਹੈ ਜਾਂ ਇੱਕ ਐਸਟੀਐਫ ਜਾਂਚ ਹੋ ਰਹੀ ਹੈ, ਜਣਾ ਖਣਾ ਪੋਲੀਟੀਸ਼ੀਅਨ ਉੱਠ ਕੇ ਮਾਈਕ ਤੇ ਸਟੇਟਮੈਂਟ ਦੇ ਦਿੰਦਾ ਹੈ। ਉਸ ਸਟੇਟਮੈਂਟ ਨਾਲ ਕੀ ਫਰਕ ਪੈਂਦਾ ਹੈ? ਫਰਕ ਇਹ ਪੈਂਦਾ ਹੈ ਕਿ ਅਜੀਬ ਤਰ੍ਹਾਂ ਦਾ ਪ੍ਰੈਸ਼ਰ ਆਉਂਦਾ ਹੈ ਔਰ ਮੁਲਜ਼ਮ ਜਿਹੜੇ ਆ ਉਹਨੂੰ ਫੀਡ ਨੂੰ ਸੰਭਾਲ ਕੇ ਰੱਖ ਲੈਂਦੇ ਆ, ਉਹ ਵੀਡੀਓ ਬਿਆਨ ਰੱਖ ਲੈਂਦੇ ਆ ਔਰ ਕੱਲ੍ਹ ਨੂੰ ਜ਼ਮਾਨਤ ਲਾ ਦਿੰਦੇ ਆ। ਦੇਖੋ ਜੀ, ਇਹ ਤਾਂ ਇਹਨੇ ਫਲਾਣੇ ਅਫਸਰ ਨੇ ਕਿਹਾ ਸੀਗਾ। ਨਾ ਕੈਪਟਨ ਸਰਕਾਰ ਦੇ ਮੰਤਰੀ ਇਸ ਗੱਲ ਤੋਂ ਪਿੱਛੇ ਆ ਰਹੇ, ਨਾ ਕੈਪਟਨ ਸਾਹਿਬ ਨੇ ਆਪ ਵੀ ਕੋਈ ਕਸਰ ਨਹੀਂ ਛੱਡੀ। ਕੈਪਟਨ ਸਾਹਿਬ ਨੇ ਵੀ ਕਈ ਵਾਰੀ ਕਿਹਾ ਕਿ ਅਸੀਂ ਛੱਡਾਂਗੇ ਨਹੀਂ, ਅਸੀਂ ਬਖਸ਼ਾਂਗੇ ਨਹੀਂ। ਅੱਜ ਹੀ ਸੁਨੀਲ ਜਾਖੜ ਨੇ ਫਿਰ ਕਿਹਾ ਹੈ ਕਿ ਬੇਅਦਬੀ ਵਾਲਾ ਕੋਈ ਬਖਸ਼ਿਆ ਨਹੀਂ ਜਾਏਗਾ। ਉਹ ਜੀ ਬਖਸ਼ਿਆ ਨਹੀਂ ਜਾਏਗਾ, ਇਹ ਗੱਲ ਠੀਕ ਹੈ, ਬਟ ਕਰ ਕੀ ਰਹੇ ਹੋ? ਅਫਸਰ ਲੜੀ ਜਾ ਰਹੇ ਹੈ, ਤੁਸੀਂ ਕਹਿ ਰਹੇ ਹੋ ਬਖਸ਼ਿਆ ਨਹੀਂ ਜਾਏਗਾ। ਕਿਆ ਨੌਟੰਕੀ ਚੱਲ ਰਹੀ ਹੈ? ਇੰਨੀ ਗੰਭੀਰ ਮਸਲੇ ਤੇ ਤੁਸੀਂ ਸਟੇਟਮੈਂਟਾਂ ਦੇਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਹੋ, ਰਿਜ਼ਲਟ ਨਹੀਂ ਆ ਰਹੇ ਹੋ। ਲੋਕ ਹਿਸਾਬ ਲੈਣਗੇ, ਪਬਲਿਕ ਜਾਣਦੀ ਹੈ। ਉਹ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਸਾਡੇ ਡਿਬੇਟ ਸ਼ੋਅ 'ਚ ਆ ਕੇ ਉੱਥੇ, ਉਦੋਂ ਸਾਫ਼ ਸਮਝ ਆ ਜਾਂਦੀ ਸੀ ਕਿ ਪੋਲੀਟੀਸ਼ੀਅਨ ਇਹਨਾਂ ਨੂੰ ਭੋਂਦੂ ਨਾ ਸਮਝਣ। ਦੂਜਾ, ਮੈਂ ਇੱਕ ਗੱਲ ਹੋਰ ਨੋਟਿਸ ਕੀਤੀ, ਮੈਨੂੰ ਲੱਗਦਾ ਸੀ ਕਿ ਅਗਰ ਜਿਸ ਤਰ੍ਹਾਂ ਕੈਪਟਨ ਗਵਰਨਮੈਂਟ ਨੇ ਬੇਅਦਬੀਆਂ ਦਾ ਮਸਲਾ ਚੱਕਿਆ, ਜਿਸ ਤਰ੍ਹਾਂ ਕੈਪਟਨ ਗਵਰਨਮੈਂਟ ਨੇ ਐਸਆਈਟੀ ਬਣਾਈ, ਵੀ ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਜਿਹੜਾ ਮਾਲਵੇ ਦੀ ਇਹ ਬੈਲਟ ਸੀ, ਇਹਦੇ 'ਚ ਫਰਕ ਪਏਗਾ ਬੜਾ ਤਗੜਾ। ਜ਼ਮਾਨਤਾਂ ਜ਼ਬਤ ਹੋ ਜਾਣਗੀਆਂ ਅਕਾਲੀ ਦਲ ਦੇ ਲੋਕਾਂ ਦੀਆਂ। ਜ਼ਮਾਨਤਾਂ ਜ਼ਬਤ ਨਹੀਂ ਹੋਈਆਂ। ਰਣੀਕੇ ਕਿੱਥੋਂ ਤੁਸੀਂ ਅੰਮ੍ਰਿਤਸਰ ਤੋਂ ਉੱਥੇ ਭੇਜੇ ਸੀਗੇ, ਉਹ ਵੀ ਲੱਖਾਂ ਦੇ ਹਿਸਾਬ ਨਾਲ ਵੋਟ ਡੈਲ। ਮੈਨੂੰ ਲੱਗਦਾ ਲੋਕਾਂ ਨੂੰ ਇਹ ਲੱਗਦਾ ਹੈ ਜੋ ਅਸੀਂ ਮਹਿਸੂਸ ਕਰ ਰਹੇ ਹਾਂ, ਇਹ ਲੋਕ ਵੀ ਮਹਿਸੂਸ ਕਰ ਰਹੇ ਆ। ਇਸ ਕਰਕੇ ਉਹ ਇਸ ਚੀਜ਼ ਤੋਂ ਅਸਰ ਜ਼ਰੂਰ ਹੈ ਇਸ ਚੀਜ਼ ਦਾ, ਲੇਕਿਨ ਲੋਕ ਇਸ ਚੀਜ਼ ਤੋਂ ਬਾਹਰ ਆ ਰਹੇ ਆ। ਉਹਨਾਂ ਨੂੰ ਲੱਗਦਾ ਯਾਰ ਜਿਹੜਾ ਨਵਾਂ ਬੰਦਾ ਹੈ ਇਹਦੇ ਤੋਂ ਵੀ ਬਹੁਤੀ ਉਮੀਦ ਨਾ ਰੱਖੀਏ। ਸੋ ਵਿਸ਼ਵਾਸ ਤੇ ਦੁਨੀਆ ਕਾਇਮ ਹੈ। ਸੋ ਇਹ ਚਾਰਜ ਸ਼ੀਟ ਵਾਲਾ ਜਿਹੜਾ ਐਪੀਸੋਡ ਹੋਇਆ, ਇਹਦੇ ਹਿਸਾਬ ਨਾਲ ਤੇ ਲੋਕਾਂ ਦਾ ਵਿਸ਼ਵਾਸ ਬਿਲਕੁਲ ਹੀ ਖਤਮ ਹੋ ਚੁੱਕਾ ਹੋਊਗਾ। ਕੈਪਟਨ ਸਰਕਾਰ ਤੋਂ ਵੀ, ਅਕਾਲੀਆਂ ਤੋਂ ਤੇ ਪਹਿਲਾਂ ਹੀ ਚੱਕਿਆ ਗਿਆ ਸੀ। ਦੇਖੋ, ਇੱਕ ਆਸ ਸੀ, ਆਸ ਔਰ ਭਰੋਸੇ 'ਚ ਬਹੁਤ ਫਰਕ ਹੁੰਦਾ ਹੈ। ਇੱਕ ਹੁੰਦਾ ਹੈ ਕਿ ਵਾਅਦਾ ਕੀਤਾ ਹੈ ਤਾਂ ਭਰੋਸਾ ਇਹ ਕਰੇਗਾ ਇਸ ਤਰ੍ਹਾਂ। ਹੁਣ ਉਹ ਭਰੋਸੇ ਵਾਲੀ ਗੱਲ ਨਹੀਂ ਰਹੀ, ਹੁਣ ਆਸ ਹੈ ਕਿ ਯਾਰ ਕਿੰਨਾ ਕੁ ਹੋ ਜਾਏਗਾ। ਚਾਹੇ ਉਹ ਐਸਟੀਐਫ ਦੀ ਕਾਰਵਾਈ ਹੋਵੇ, ਚਾਹੇ ਡਰੱਗਸ ਨੂੰ ਲੈ ਕੇ ਵੱਡੇ ਬੰਦਿਆਂ ਨੂੰ ਫੜਨ ਦੀ ਗੱਲ ਹੋਵੇ, ਜਾਂ ਫਿਰ ਐਸਆਈਟੀ ਦਾ ਮਸਲਾ ਹੋਏ ਤੇ ਬਰਗਾੜੀ ਦੇ ਪ੍ਰਦਰਸ਼ਨਕਾਰੀਆਂ ਤੇ ਫਾਇਰਿੰਗ ਨੂੰ ਲੈ ਕੇ ਕੌਣ ਲੋਕ ਜ਼ਿੰਮੇਵਾਰ ਸੀ ਉਹਨਾਂ ਤੱਕ ਪਹੁੰਚਣ ਦਾ ਮਸਲਾ ਹੋਏ। ਮੈਨੂੰ ਇਹ ਲੱਗਦਾ ਹੈ ਇਸ ਮਸਲੇ 'ਚ ਹਰ ਕੋਈ ਆਪਣਾ ਆਪਣਾ ਸਕੋਰ ਸੈਟਲ ਕਰ ਰਿਹਾ ਹੁਣ, ਚਾਹੇ ਉਹ ਪੋਲੀਟੀਕਲ ਲੋਕ ਹੈ ਚਾਹੇ ਅਫਸਰ ਹੈ।
ਚਲਾਨ 'ਚ ਮੈਂ ਕਈ ਚੀਜ਼ਾਂ ਐਸੀਆਂ ਪੜ੍ਹ ਰਿਹਾ ਸੀ ਜਿਹੜੀਆਂ ਚੀਜ਼ਾਂ ਪਤਾ ਨਹੀਂ ਕਿੱਥੇ ਤੋਂ ਕਿੱਥੇ ਪਹੁੰਚ ਗਈਆਂ ਹੋਈਆਂ। ਬਈ ਤੁਸੀਂ 6 ਮੁਲਜ਼ਮਾਂ ਦੇ ਖਿਲਾਫ, ਮੈਂ ਕੋਈ ਪੁਲਿਸ ਅਫਸਰ ਨਹੀਂ ਹੈ, ਮੈਂ ਕੁਛ ਨਹੀਂ ਹੈ, ਲੇਕਿਨ ਕਾਨੂੰਨ ਦੀ ਜਿੰਨੀ ਕੁ ਸਮਝ ਰੱਖਦਾ ਹੈ, 6 ਬੰਦਿਆਂ ਦੇ ਖਿਲਾਫ ਚਲਾਨ ਫਾਈਲ ਹੋ ਰਿਹਾ ਹੈ। ਤੁਸੀਂ 4 ਹੋਰ ਬੰਦਿਆਂ ਦੀ ਸਾਜ਼ਿਸ਼ ਡਿਸਕਸ ਕਰ ਰਹੇ ਹੋ ਵਿੱਚ, ਚੀਫ ਮਿਨਿਸਟਰ ਦੀ, ਸਾਬਕਾ ਚੀਫ ਮਿਨਿਸਟਰ ਦੀ, ਸਾਬਕਾ ਡਿਪਟੀ ਸੀਐਮ ਦੀ, ਸਾਬਕਾ ਡੀਜੀਪੀ ਦੀ, ਸਾਬਕਾ ਡੀਆਈਜੀ ਦੀ। ਉਹਨਾਂ ਦੀ ਅਗਰ ਸਾਜ਼ਿਸ਼ ਤੁਸੀਂ ਐਕਸਪਲੇਨ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਇਨਵੈਸਟੀਗੇਟ, ਤੁਸੀਂ ਉਹਨਾਂ ਦੇ ਖਿਲਾਫ ਵੀ ਚਲਾਨ ਦਿਓ ਨਾ। ਤੁਸੀਂ ਹਿੰਟ ਵੀ ਦੇ ਰਹੇ ਹੋ, ਨਾਲ ਕਹਿ ਰਹੇ ਹੋ ਚਲਾਨ ਵੀ ਪੇਸ਼ ਕਰਾਂਗੇ। ਫਿਰ ਤੁਸੀਂ ਜਿਹੜੇ 6 ਮੁਲਜ਼ਮ ਸੀਗੇ, ਤੁਸੀਂ ਉਹਨਾਂ ਦਾ ਇਕੱਲਾ ਚਲਾਨ ਪੇਸ਼ ਕਰੋ ਨਾ। ਤੁਸੀਂ ਬਾਕੀਆਂ ਦਾ ਡਿਸਕਸ ਕਰਕੇ ਉਹਨਾਂ ਨੂੰ ਇਹ ਪੁਆਇੰਟ ਕਿਉਂ ਦੇ ਰਹੇ ਹੋ ਕਿ ਤੁਹਾਡੇ ਖਿਲਾਫ ਵੀ ਚਾਰਜਸ਼ੀਟ ਪਿੱਛੇ ਆ ਰਹੀ ਹੈ? ਜਾਂ ਤਾਂ ਚਾਰਜਸ਼ੀਟ ਦਾਇਰ ਕਰ ਦਿਓ ਉਹਨਾਂ ਚਾਰਾਂ ਦੇ ਖਿਲਾਫ ਵੀ। ਜੇ ਚਾਰਜਸ਼ੀਟ ਦਾਇਰ ਨਹੀਂ ਕਰਨੀ ਹੈ ਤੇ ਤੁਸੀਂ ਇਸ ਤਰ੍ਹਾਂ ਦਾ ਹਿੰਟ ਨਾ ਦਿਓ ਕਿ ਅਗਲੇ ਆਪਣਾ ਕੋਈ ਹੋਰ ਜੁਗਾੜ ਜਾਂ ਆਪਣੇ ਐਵੀਡੈਂਸ ਲੱਭਣੇ ਸ਼ੁਰੂ ਕਰ ਦੇਣ ਕਿ ਅਸੀਂ ਬਚਣਾ ਕਿਵੇਂ ਹੈ। ਸੋ ਪੱਤੇ ਪਹਿਲੇ ਖੋਲ ਰਹੇ ਹੈ ਤੇ ਗੇਮ ਬਾਅਦ ਚ ਚੱਲ ਰਹੇ ਹੈ। ਇਹ ਮੈਂ ਪਹਿਲੀ ਵਾਰੀ ਦੇਖਿਆ ਕਿ ਚਲਾਨ 6 ਅਕਿਊਜ਼ ਦੇ ਖਿਲਾਫ ਹੈ ਲੇਕਿਨ ਸਾਜ਼ਿਸ਼ 10 ਬੰਦਿਆਂ ਦੀ ਐਕਸਪਲੇਨ ਕਰ ਰਹੇ ਹੋ। ਸੋ ਇਹਦਾ ਮਤਲਬ ਤੁਸੀਂ ਮੌਕਾ ਦੇ ਰਹੇ ਹੋ ਨਾ ਉਹਨਾਂ ਨੂੰ ਕਿ ਤੁਹਾਡਾ ਵੀ ਵਾਰੀ ਆਉਣ ਵਾਲੀ ਹੈ ਤੇ ਉਹ ਆਪਣਾ ਇੰਨੇ 'ਚ ਜੁਗਾੜ ਕਰ ਲੈਣ। ਇਸ ਤਰ੍ਹਾਂ ਦੀ ਜਾਂਚ ਮੈਨੂੰ ਲੱਗਦਾ ਹੈ ਕਿ ਮੁਲਜ਼ਮਾਂ ਲਈ ਫਾਇਦੇਮੰਦ ਹੁੰਦੀ ਹੈ। ਜਦੋਂ ਇਹਨਾਂ ਦਾ ਚਲਾਨ ਆਏਗਾ ਬਾਕੀ 4 ਲੋਕਾਂ ਦਾ, ਜੋ ਕਿ ਹਿੰਟ ਲੱਗਦਾ ਹੈ ਕਿ ਆਏਗਾ ਚਲਾਨ, ਉਹ ਕਹਿਣਗੇ ਦੇਖੋ ਜੀ ਇਹ ਚਲਾਨ ਬਾਅਦ 'ਚ ਕਿਉਂ ਦਿੱਤਾ, ਇਹ ਤਾਂ ਪਹਿਲਾਂ ਹੀ ਆ ਚੱਕ ਲਿਆ ਸੀਗਾ, ਇਹਨਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀਗਾ, ਇਲੈਕਸ਼ਨਾਂ ਤੋਂ ਬਾਅਦ ਹੀ ਡਿਸਾਈਡ ਕਰ ਲਿਆ। ਮੇਰੇ ਖਿਆਲ ਪੱਤੇ ਜਾਂਚ ਦੇ ਇਸ ਤਰ੍ਹਾਂ ਨਹੀਂ ਖੁੱਲਦੇ ਜਿਸ ਤਰ੍ਹਾਂ ਖੋਲੇ ਜਾ ਰਹੇ ਹਨ। ਹਾਲਾਂਕਿ ਜੋ ਅਫਸਰ ਕਰ ਰਹੇ ਹਨ SIT ਦੇ ਮੰਨੇ ਹੋਏ ਅਫਸਰ ਹੈ, ਉਹਨਾਂ ਨੂੰ ਇਹ ਜ਼ਿਆਦਾ ਅੱਛਾ ਲੱਗਦਾ ਹੋਣਾ। ਮੈਂ ਕੋਈ ਪੁਲਿਸ ਅਫਸਰ ਨਹੀਂ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਅਗਰ ਵਾਕਈ ਅਸਲੀ ਮੁਲਜ਼ਮਾਂ ਨੂੰ ਤੁਸੀਂ ਕਾਨੂੰਨ ਦੇ ਕਟਘਰੇ 'ਚ ਖੜਾ ਕਰਨਾ ਹੈ ਤੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਤੁਸੀਂ ਐਵੀਡੈਂਸ ਕਿੱਥੋਂ ਲਿਆਏ। ਇਹ ਤਾਂ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਪੱਤੇ ਖੋਲ ਕੇ ਦਿਖਾ ਰਹੇ ਹੋ। ਸੋ ਵੱਡੇ ਸਵਾਲ ਖੜੇ ਕੀਤੇ ਨੇ SIT ਦੀ ਜਾਂਚ ਤੇ ਸਰਕਾਰ ਦੀ ਮਨਸ਼ਾ ਤੇ ਵੀ। ਲੇਕਿਨ ਆਖਰੀ ਸਵਾਲ, ਇਸ ਤੋਂ ਬਾਅਦ ਡਿਬੇਟ ਹੈ ਜਿਹੜੀ ਉਹ ਵਾਈਂਡ ਅਪ ਕਰ ਦੇਵਾਂਗੇ ਕਿ ਆਖਿਰਕਾਰ ਇਹ ਮਸਲਾ ਹੁਣ ਪਹੁੰਚੇਗਾ ਕਿੱਥੇ। ਹਰ ਜਰਨਲਿਸਟ ਦੀ ਇੱਕ ਇੰਡੀਪੈਂਡੈਂਟ ਸੋਚ ਹੁੰਦੀ ਹੈ, ਇੱਕ ਐਨਾਲਿਸਿਸ ਹੁੰਦਾ ਹੈ, ਉਸ ਹਿਸਾਬ ਨਾਲ ਪੁੱਛਦੇ ਹਾਂ। ਤੁਸੀਂ ਦੱਸੋ ਅਸੀਮ ਜੀ ਕਿ ਜਿੰਨੀ ਕੰਟਰੋਵਰਸੀ ਔਰ ਜਿੰਨੇ ਲੈਫਟ ਰਾਈਟ ਟਰਨਸ ਆ ਚੁੱਕੇ ਨੇ ਇਸ ਮਾਮਲੇ ਦੇ ਚਾਰਜਸ਼ੀਟ ਦੇ ਉੱਪਰ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮਸਲਾ ਕਿੱਥੇ ਤੱਕ ਪਹੁੰਚੇਗਾ ਹੁਣ? ਦੇਖੋ, ਪਹਿਲੀ ਗੱਲ ਤੇ ਚੀਫ ਮਿਨਿਸਟਰ ਨੂੰ ਕਾਲ ਲੈਣੀ ਪਏਗੀ। ਪਹਿਲੀ ਗੱਲ, ਜਿੰਨੇ ਅਫਸਰ ਨੇ ਸਿੱਟ ਦੇ ਵਿੱਚ ਉਹਨਾਂ ਨੂੰ ਇੱਕ ਪੇਜ ਤੇ ਲੈ ਕੇ ਆਉਣ, ਘੱਟੋ ਘੱਟ ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਅਕਾਲੀ ਦਲ ਡੈਫੀਨੇਟਲੀ ਆਫੈਂਸਿਵ ਹੋਏਗਾ ਵੀ 23 ਤਰੀਕ ਨੂੰ ਇੱਕ ਬੰਦਾ ਪੋਸਟਿੰਗ ਤੇ ਨਹੀਂ ਹੈ, ਉਹ ਸਾਈਨ ਕਿੱਦਾਂ ਕਰ ਰਿਹਾ ਚਾਰਜਸ਼ੀਟ ਤੇ। ਵੱਡੀ ਗੱਲ ਇਹ ਹੈ ਵੀ ਜਿਹੜੇ ਸਿੱਟ ਦੇ ਅਫਸਰ ਨੇ ਉਹ ਲਿਖ ਕੇ ਦੇ ਰਹੇ ਨੇ ਵੀ ਸੋਲ ਰਿਸਪੌਂਸਿਬਿਲਟੀ ਕੁੰਵਰ ਵਿਜੇ ਪ੍ਰਤਾਪ ਦੀ ਹੋਏਗੀ, ਸਾਡੇ ਇਹਦੇ 'ਚ ਕੋਈ ਲੈਣਾ ਦੇਣਾ ਨਹੀਂ। ਸੋ ਬਹੁਤ ਜ਼ਿਆਦਾ ਪੋਲੀਟਿਕਸ ਹੋਣ ਵਾਲੀ ਹੈ। ਮਤਲਬ ਮੈਨੂੰ ਕਹਿੰਦਾ ਪੋਸਟ ਇਲੈਕਸ਼ਨ ਸੀਜ਼ਨ ਦੇ ਵਿੱਚ ਬਹੁਤ ਵੱਡਾ ਇੱਕ ਇਸ਼ੂ ਹੈ, ਪਰ ਚੀਫ ਮਿਨਿਸਟਰ ਨੂੰ ਬੰਕਰ ਚੋਂ ਬਾਹਰ ਆਉਣਾ ਪਏਗਾ ਔਰ ਇਸ ਇਸ਼ੂ ਨੂੰ ਹੈਂਡਲ ਕਰਨਾ ਪਏਗਾ, ਕਿਉਂਕਿ ਪੰਜਾਬ ਦੇ ਸੈਂਟੀਮੈਂਟਸ ਦੇ ਲੋਕਾਂ ਦੇ ਸੈਂਟੀਮੈਂਟਸ ਦੇ ਉੱਤੇ ਵੋਟ ਮੰਗੀ ਹੋਈ ਹੈ। ਸੋ ਤੁਹਾਡੇ ਹਿਸਾਬ ਨਾਲ ਪਟਿਆਲ ਜੀ ਇਹ ਕਿੱਥੇ ਤੱਕ ਹੁਣ ਪਹੁੰਚੇਗਾ ਮੁੱਦਾ? ਕਿਉਂਕਿ ਬਹੁਤ ਸਾਰੇ ਲਿੰਗਰ ਔਨ ਹੋ ਚੁੱਕੇ ਆ। ਇੱਕ ਚਾਰਜਸ਼ੀਟ ਪਹਿਲੀ ਫਾਈਲ ਹੋਈ ਹੈ, ਉਹਦੇ ਵਿੱਚ ਹੀ ਇੰਨੀ ਕੰਟਰੋਵਰਸੀ। ਸੋ ਇਹ ਮੁੱਦਾ ਹੁਣ ਕਿੱਧਰ ਨੂੰ ਟਰਨ ਲਏਗਾ? ਸਾਰੇ ਆਪਸੀ ਝਗੜੇ ਜਿਹੜੇ ਹੈ ਨਾ, ਅਕਾਲੀ ਦਲ ਔਰ ਜਿਹੜੇ ਬਾਕੀ ਪੁਲਿਸ ਅਫਸਰਾਂ ਦੇ ਖਿਲਾਫ ਚਾਰਜਸ਼ੀਟ ਫਾਈਲ ਕੀਤੀ ਗਈ ਹੈ, ਉਹ ਇਹਨਾਂ ਤਮਾਮ ਚੀਜ਼ਾਂ ਨੂੰ ਕੋਰਟ ਕਚਹਿਰੀਆਂ 'ਚ ਲਿਜਾ ਕੇ ਜਲੂਸ ਕੱਢਣਗੇ। ਲੋਕੀ ਇਹ ਤਮਾਸ਼ਾ ਦੇਖਣਗੇ ਕਿ ਉਹਨਾਂ ਨੂੰ ਜਿਹੜੀ ਆਸ ਸੀਗੀ, ਵਿਧਾਨ ਸਭਾ ਦੇ ਅੰਦਰ ਖੜੇ ਹੋ ਕੇ SIT ਬਣਾਈ ਗਈ ਸੀ, ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀਗਾ ਚੀਫ ਮਿਨਿਸਟਰ ਸਾਹਿਬ ਸਿੱਧੇ ਆਉਣ ਔਰ ਸਭ ਤੋਂ ਪਹਿਲਾਂ ਤਾਂ SIT ਦੇ ਅਫਸਰਾਂ ਤੋਂ ਜਵਾਬ ਤਲਬ ਕਰਨ ਕਿ ਤੁਹਾਡੇ ਤੇ ਪੰਜਾਬ ਦੇ ਲੋਕਾਂ ਨੂੰ, ਦੁਨੀਆ 'ਚ ਵਸਦੇ ਸਿੱਖਾਂ ਨੂੰ ਆਸ ਸੀ, ਤੁਸੀਂ ਕੀਤਾ ਕੀ। ਪਹਿਲੇ ਉਹਨਾਂ ਦੇ ਹੈਡਸ ਰੋਲ ਹੋਣੇ ਚਾਹੀਦੇ ਆ ਤਾਂ ਕਿ ਫਿਰ ਜੋ ਵੀ ਚਲਾਨ ਪੇਸ਼ ਹੋਏ ਜਾਂ ਜੋ ਵੀ ਬਾਕੀ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਹੋਵੇ, ਘੱਟ ਤੋਂ ਘੱਟ ਲੋਕਾਂ ਨੂੰ ਇਹ ਭਰੋਸਾ ਆਏ ਕਿ ਇਹਦੇ 'ਚ ਕੋਈ SIT ਲੜੇਗੀ ਨਹੀਂ। ਲੜੀ ਕਿਉਂ SIT? ਕਿਸ ਮੁੱਦੇ ਤੇ ਲੜੀ? क्या ये पॉलिटिकल चलान किया जा रहा है अकाली दल की तरफ? क्या ये पॉलिटिकल चलान है? अगर होया तो क्यों होया? और इन्ने सेंसिटिव मसले तो किस तरह पॉलिटिकल चलान हो सकता है कोई भी? अगर एक कोर्ट च केस सजा नहीं हुंदा है, मैं ये कहांगा कि उहदे लई सीधा और सीधा गवर्नमेंट और अफसर जिम्मेवार है। ਸੋ ਗਵਰਨਮੈਂਟ ਦੇ ਉੱਤੇ ਇੱਕ ਵੱਡੀ ਆਸ ਸੀ ਲੋਕਾਂ ਨੂੰ, ਜਿਸ ਤੋਂ ਬਾਅਦ ਉਹਨਾਂ ਨੇ ਵੋਟ ਪਾਈ ਸੀ ਕਾਂਗਰਸ ਦੀ ਪਾਰਟੀ ਨੂੰ ਤੇ ਸੱਤਾ ਵਿੱਚ ਲਿਆ ਕੇ ਆਂਦਾ ਸੀ। ਲੇਕਿਨ ਅੱਜ ਗਵਰਨਮੈਂਟ ਦੀ ਮਨਸ਼ਾ ਤੇ ਸਵਾਲ ਵੀ ਖੜੇ ਹੋ ਚੁੱਕੇ ਨੇ। ਹਾਲਾਂਕਿ ਪੁਲਿਸ ਅਫਸਰਾਂ ਦਾ ਰੌਲਾ ਕੋਈ ਕਾਂਗਰਸ ਦੀ ਸਰਕਾਰ ਵਿੱਚ ਨਵਾਂ ਨਹੀਂ। DGP ਚਟੋਪਾਧਿਆ ਵਰਸਸ ਦਿਨਕਰ ਗੁਪਤਾ ਤੇ ਸੁਰੇਸ਼ ਅਰੋੜਾ। DGP ਮੁਸਤਫਾ ਨੇ ਚੈਲੰਜ ਕੀਤੀ ਸੀ DGP ਦਿਨਕਰ ਗੁਪਤਾ ਦੀ ਅਪਾਇੰਟਮੈਂਟ। ਸੋ ਇਸ ਤਰ੍ਹਾਂ ਦੇ ਰੌਲੇ ਅਕਸਰ ਸੁਣਨ ਚ ਆਉਂਦੇ ਆ, ਲੇਕਿਨ ਇਹ ਸਵਾਲ ਹੈ ਬੇਅਦਬੀਆਂ ਦਾ। ਇਹ ਸਵਾਲ ਹੈ ਉਸ ਫਾਇਰਿੰਗ ਇਨਸੀਡੈਂਟ ਦਾ ਜਿੱਥੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਔਰ ਜਿੱਥੇ ਲੋਕ ਆਸ ਰੱਖਦੇ ਆ ਕਿ ਕਦੋਂ ਇਸ ਤੇ ਜਸਟਿਸ ਹੋਏਗਾ, ਕਦੋਂ ਉਹਨਾਂ ਨੂੰ ਇਨਸਾਫ ਮਿਲੇਗਾ।